ਐਂਡੀ ਅਤੇ ਉਸਦਾ ਵਾਜਾ। ਇੱਕ ਸਮੇਂ ਦੀ ਗੱਲ ਹੈ, ਐਂਡੀ ਨਾਂ ਦਾ ਇੱਕ ਬੜਾ ਖੁਸ਼ ਮਿਜ਼ਾਜ ਲੜਕਾ ਹੋਇਆ ਕਰਦਾ ਸੀ। ਉਸਦੇ ਕੋਲ ਇੱਕ ਕੁੱਤਾ ਸੀ ਜਿਸ ਦਾ ਨਾਂ ਸੀ ਮੈਕਸ। ਐਂਡੀ ਅਤੇ ਮੈਕਸ ਦੋਵੇਂ ਹਰ ਥਾਂ ਨਾਲ-ਨਾਲ ਘੁੰਮਿਆ ਕਰਦੇ ਸਨ। ਐਂਡੀ ਦੇ ਕੋਲ ਇੱਕ ਬੜਾ ਪੁਰਾਣਾ ਵਾਜਾ ਸੀ। ਉਸ ਨੂੰ ਵਜਾਉਣਾ ਐਂਡੀ ਨੂੰ ਬੜਾ ਚੰਗਾ ਲੱਗਦਾ ਸੀ। ਲੋਕ ਉਸਦੇ ਸੰਗੀਤ ਦੀ ਪ੍ਰਸ਼ੰਸਾ ਕਰਦੇ ਸਨ ਅਤੇ ਕੁਝ ਪੈਸੇ ਵੀ ਦੇ ਦਿੰਦੇ ਸਨ। ਐਂਡੀ ਅਤੇ ਮੈਕਸ ਆਮ ਕਰਕੇ ਲੋਕਾਂ ਦਾ ਮਨੋਰੰਜਨ ਕਰਨ ਲਈ ਕਈ ਨਗਰਾਂ 'ਚ ਜਾਇਆ ਕਰਦੇ ਸਨ। ਇੱਕ ਦਿਨ ਉਹ ਇੱਕ ਬੜੇ ਹੀ ਸੁੰਦਰ ਕਸਬੇ 'ਚ ਪਹੁੰਚੇ। ਉੱਥੇ ਇੱਕ ਵੱਡਾ ਚੌਕ ਸੀ ਅਤੇ ਉਸਦੇ ਇਰਦ-ਗਿਰਦ ਬਹੁਤ ਸਾਰੇ ਸੁੰਦਰ ਘਰ ਬਣੇ ਹੋਏ ਸਨ। ਐਂਡੀ ਨੇ ਸੋਚਿਆ, ਇੰਨੀ ਸੁੰਦਰ ਥਾਂ ਤੇ ਬਹੁਤ ਸਾਰੇ ਅਮੀਰ ਲੋਕ ਰਹਿੰਦੇ ਹੋਣਗੇ। ਉਹਨਾਂ ਵਿੱਚੋਂ ਕੁਝ ਨੂੰ ਤਾਂ ਉਸਦਾ ਸੰਗੀਤ ਜ਼ਰੂਰ ਪਸੰਦ ਆਵੇਗਾ। ਐਂਡੀ ਨੂੰ ਲੱਗਿਆ ਕਿ ਇੱਥੇ ਉਹ ਚੰਗਾ ਪੈਸਾ ਕਮਾ ਸਕੇਗਾ। ਇਸ ਲਈ ਉਸਨੇ ਆਪਣਾ ਵਾਜਾ ਕੱਢਿਆ ਅਤੇ ਛੇਤੀ ਹੀ ਆਪਣੀ ਮਨਪਸੰਦ ਧੁਨ ਛੇੜ ਦਿੱਤੀ। ਅਰੇ, ਇਹ ਕੀ ਗੜਬੜ ਹੈ? ਮੇਰਾ ਵਾਜਾ ਬੇਸੁਰਾ ਕਿਉਂ ਹੋ ਰਿਹਾ ਹੈ? ਐਂਡੀ ਨੇ ਸੋਚਿਆ ਅਤੇ ਮੁੜ ਕੋਸ਼ਿਸ਼ ਕੀਤੀ। ਬਸ ਵਾਜੇ ਤੋਂ ਇਹੀ ਧੁਨਾਂ ਆ ਰਹੀਆਂ ਸਨ। ਐਂਡੀ ਦੇ ਪੁਰਾਣੇ ਵਾਜੇ 'ਚ ਕੋਈ ਵੱਡੀ ਖਰਾਬੀ ਆ ਗਈ ਸੀ। ਇਸ ਪੁਰਾਣੇ ਵਾਜੇ ਨੂੰ ਹੁਣ ਤਾਈਂ ਇੰਨੀ ਜ਼ਿਆਦਾ ਵਾਰੀ ਵਜਾਇਆ ਜਾ ਚੁੱਕਿਆ ਸੀ ਕਿ ਹਵਾ ਇਸ ਦੀ ਧੋਕਣੀ ਤੋਂ ਬਿਨਾਂ ਰੁਕੇ ਹੀ ਬਾਹਰ ਨਿਕਲ ਰਹੀ ਸੀ। ਕਸਬੇ ਦੇ ਲੋਕ ਇੰਨੇ ਨਾਰਾਜ਼ ਹੋਏ ਕਿ ਐਂਡੀ ਦੇ ਉੱਤੇ ਆਪਣੀ ਖਿੜਕੀਆਂ ਤੋਂ ਸੜਿਆ ਤੇ ਬਾਸੀ ਖਾਣਾ ਸੁੱਟਣ ਲੱਗੇ। बेचारे एंडी दे गल्लां उत्ते हंझुआं दी तारा वहन लगी। शाम हुंदे सार ही एंडी ते मैक्स नूं भुख भी लगन लगी। हुण असीं की करांगे मैक्स? एंडी घबराया क्योंकि खाना लैण लई उन्हां कोल कोई पैसा भी नहीं सी। एंडी ने अपना थैला टटोलिया। उस दे विच केवल डबल रोटी दा आखिरी टुकड़ा ही पिया मिलिया। मैक्स, मैनू माफ करी, तेरे खाण वास्ते मेरे कोल केवल यही है। एंडी ने डबल रोटी का टुकड़ा मैक्स नू दे दिता। ओह दोवें उदास होके खुले स्थान उत्ते सड़क के कंढे ही बैठ गए। उस रात एंडी नू भुखे पेट ही सोना पिया। एंडी ने डबल रोटी दे बचे हुए आखिरी टुकड़े नू आप नहीं खाया बल्कि मैक्स नू खवा दिता। एक निक्की परी ने उसदे हमदर्दी भरे इस काम नू वेख्या। उसनू एंडी उत्ते दया आई। ਉਹ ਐਂਡੀ ਦੀ ਸਹਾਇਤਾ ਕਰਨਾ ਚਾਹੁੰਦੀ ਸੀ। ਉਹ ਨਿੱਕੀ ਪਰੀ ਹੇਠਾਂ ਉਤਰੀ ਅਤੇ ਉਸਨੇ ਐਂਡੀ ਦੇ ਵਾਜੇ ਵਿੱਚ ਜਾਦੂਈ ਧੁਨਾਂ ਭਰ ਦਿੱਤੀਆਂ। ਹੁਣ ਤਾਂ ਪੁਰਾਣੇ ਵਾਜੇ ਤੋਂ ਦਿਵਯ ਸੰਗੀਤ ਦੀਆਂ ਧੁਨਾਂ ਨਿਕਲਣ ਲੱਗ ਪਈਆਂ। ਵਾਜੇ 'ਚ ਸੰਗੀਤ ਦੀ ਸ਼ਕਤੀ ਵਾਪਸ ਆ ਗਈ ਸੀ ਅਤੇ ਹੁਣ ਉਹ ਪਹਿਲਾਂ ਤੋਂ ਵੀ ਜ਼ਿਆਦਾ ਮధుਰ ਧੁਨਾਂ ਵਜਾ ਸਕਦਾ ਸੀ। ਅਗਲੀ ਸਵੇਰ ਜਦੋਂ ਐਂਡੀ ਉੱਠਿਆ ਤਾਂ ਉਸਨੇ ਫਿਰ ਤੋਂ ਆਪਣੇ ਪੁਰਾਣੇ ਵਾਜੇ ਨੂੰ ਵਜਾਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਉਸਨੇ ਵਜਾਉਣਾ ਸ਼ੁਰੂ ਕੀਤਾ, ਪੂਰੇ ਕਸਬੇ ਨੂੰ ਜਾਦੂ ਨਾਲ ਭਰੀਆਂ ਹੋਈਆਂ ਧੁਨਾਂ ਨੇ ਮੋਹਿਤ ਕਰ ਲਿਆ। ਲੋਕੀ ਦੌੜ-ਦੌੜ ਕੇ ਐਂਡੀ ਨੂੰ ਦੇਖਣ ਲਈ ਆਉਣ ਲੱਗੇ। ਬੱਚੇ ਉਸਦੀ ਧੁਨਾਂ ਤੇ ਗਾਣ ਤੇ ਨੱਚਣ ਲੱਗੇ। ਕਿੰਨੀ ਸੁਰੀਲੀ ਆਵਾਜ਼ ਹੈ, ਇੱਕ ਬਿਰਧ ਔਰਤ ਨੇ ਕਿਹਾ। हर कोई एंडी नू वाजा बजाउंदे देख के खुश सी। संगीत दी इस सभा दे समाप्त होण ते लोकां ने खूब ताड़ियां वजाईयां अते एंडी नू बहुत सारा पैसा इनाम विचों दिता। हुण उस कोल एक कारवां खरीदण लई काफी पैसा जमा हो गया सी। ओह दयावान लड़का अपने प्यारे ते वफादार कुत्ते नाल खुशी-खुशी रहन लग पिया। ऐ प्यारी ते निक्की परीए, एंडी ਅਤੇ ਉਸਦੇ ਵਾਜੇ ਨੂੰ ਅਸੀਸ ਦੇਣ ਲਈ ਤੁਹਾਡਾ ਧੰਨਵਾਦ। ਬੌਣੇ ਅਤੇ ਮੋਚੀ। ਇੱਕ ਵਾਰ ਦੀ ਗੱਲ ਹੈ, ਇੱਕ ਗਰੀਬ ਮੋਚੀ ਆਪਣੀ ਪਤਨੀ ਨਾਲ ਰਿਹਾ ਕਰਦਾ ਸੀ। ਹਾਲਾਂਕਿ ਉਹ ਬੜੀ ਮਿਹਨਤ ਕਰਿਆ ਕਰਦਾ ਸੀ
ਅਤੇ ਪਿੰਡ ਵਿੱਚ ਸਾਰਿਆਂ ਨਾਲ ਹਲੀਮੀ ਵਾਲਾ ਵਿਵਹਾਰ ਵੀ ਕਰਦਾ ਸੀ। ਫਿਰ ਵੀ ਜੁੱਤੀਆਂ ਬਣਾ ਕੇ ਉਸ ਨੂੰ ਚੰਗੀ ਆਮਦਨੀ ਨਹੀਂ ਸੀ ਹੋ ਰਹੀ। ਇੱਕ ਦਿਨ ਜਦੋਂ ਬਰਫ਼ ਪੈ ਰਹੀ ਸੀ ਅਤੇ ਬੜੀ ਹੀ ਠੰਡ ਸੀ, ਉਸਦੇ ਕੰਮ ਕਰਨ ਵਾਲੇ ਕਮਰੇ ਵਿੱਚ ਕੇਵਲ ਇੱਕ ਜੋੜੀ ਜੁੱਤੀਆਂ ਬਣਾਉਣ ਲਾਇਕ ਹੀ ਚਮੜਾ ਬਚਿਆ ਸੀ। ਉਸ ਸ਼ਾਮ ਉਸਨੇ ਚਮੜੇ ਨੂੰ ਜੁੱਤੀਆਂ ਬਣਾਉਣ ਲਈ ਕੱਟਿਆ ਅਤੇ ਇੱਕ ਪਾਸੇ ਰੱਖ ਦਿੱਤਾ। ਸੌਣ ਲਈ ਜਾਣ ਵੇਲੇ ਉਸਨੇ ਸੋਚਿਆ, ਇਹਨਾਂ ਨੂੰ ਹੁਣ ਮੈਂ ਸਵੇਰੇ ਹੀ ਤਿਆਰ ਕਰਾਂਗਾ। ਅਗਲੇ ਦਿਨ ਸੂਰਜ ਚੜ੍ਹਦੇ ਸਾਰ ਹੀ ਮੋਚੀ ਨੇ ਆਪਣਾ ਕੰਮ ਸ਼ੁਰੂ ਕਰਨ ਦੀ ਤਿਆਰੀ ਕੀਤੀ। ਲੇਕਿਨ ਉਸਨੂੰ ਬੜੀ ਹੈਰਾਨੀ ਹੋਈ ਜਦੋਂ ਉਸਨੇ ਆਪਣੀ ਕੰਮ ਕਰਨ ਵਾਲੀ ਮੇਜ਼ ਤੇ ਬੜੀ ਸਫਾਈ ਅਤੇ ਕੁਸ਼ਲਤਾ ਨਾਲ ਤਿਆਰ ਕੀਤੇ ਹੋਏ ਜੁੱਤੀਆਂ ਦੀ ਇੱਕ ਜੋੜੀ ਦੇਖੀ। ਉਸਨੇ ਆਪਣੀ ਪਤਨੀ ਨੂੰ ਬੁਲਾਇਆ ਤੇ ਪੁੱਛਿਆ ਕਿ ਤੂੰ ਇਹਨਾਂ ਜੁੱਤੀਆਂ ਨੂੰ ਬਣਾਇਆ ਹੈ? ਨਹੀਂ ਤਾਂ, ਉਸਦੀ ਪਤਨੀ ਨੇ ਉੱਤਰ ਦਿੱਤਾ, ਜਦ ਉਹ ਖੁਸ਼ ਹੋ ਕੇ ਮਖੌਲੀਆ ਅੰਦਾਜ਼ ਵਿੱਚ ਜੁੱਤੀਆਂ ਨੂੰ ਦੇਖ ਰਹੀ ਸੀ। ਤਦੋਂ ਹੀ ਮੋਚੀ ਨੇ ਉਹਨਾਂ ਨੂੰ ਚੁੱਕ ਕੇ ਦੁਕਾਨ ਦੇ ਸ਼ੋਕੇਸ ਵਿੱਚ ਸਜਾ ਦਿੱਤਾ, ਕਿਉਂਕਿ ਛੁੱਟੀਆਂ ਦੇ ਮੌਸਮ ਦੀ ਖਰੀਦਦਾਰੀ ਬਸ ਹੁਣੇ-ਹੁਣੇ ਹੀ ਸ਼ੁਰੂ ਹੋਈ ਸੀ। ਹਾਂ, ਇਸ ਨੂੰ ਕਿਸਮਤ ਦੀ ਹੀ ਗੱਲ ਸਮਝ ਲਿਓ। ਇਹ ਜੁੱਤੀਆਂ ਇੱਕ ਧਨਵਾਨ ਮਹਿਲਾ ਨੂੰ ਪਸੰਦ ਆ ਗਈਆਂ। ਦੇਖੋ ਮੈਨੂੰ ਕੀ ਮਿਲ ਗਿਆ, ਇਹ ਜੁੱਤੀਆਂ ਸਭ ਤੋਂ ਸੁੰਦਰ ਹਨ, ਉਸਨੇ ਕਿਹਾ, ਅਤੇ ਇਹਨਾਂ ਦਾ ਰੰਗ ਵੀ ਮੇਰੀ ਪੋਸ਼ਾਕ ਨਾਲ ਕਿੰਨਾ ਮਿਲਦਾ ਹੈ। ਸੁੰਦਰਤਾ ਅਤੇ ਸਹੀ ਨਾਪ ਦੀਆਂ ਜੁੱਤੀਆਂ ਲਈ ਉਸਨੇ ਬੜੀ ਉਦਾਰਤਾ ਨਾਲ ਪੈਸੇ ਵੀ ਦਿੱਤੇ। ਉਹਨਾਂ ਪੈਸਿਆਂ ਨਾਲ ਮੋਚੀ ਕੁਝ ਹੋਰ ਚਮੜਾ ਲੈ ਆਇਆ, ਜਿਸ ਨਾਲ ਉਹ 2 ਜੋੜੀਆਂ ਜੁੱਤੀਆਂ ਹੋਰ ਬਣਾ ਸਕਦਾ ਸੀ। ਉਸ ਸ਼ਾਮ ਫਿਰ ਤੋਂ ਮੋਚੀ ਜੁੱਤੀਆਂ ਬਣਾਉਣ ਲਈ ਚਮੜੇ ਦੀ ਕਟਾਈ ਕਰਨ ਬੈਠਿਆ। ਸੌਣ ਲਈ ਜਾਂਦੇ ਸਮੇਂ ਉਸਨੇ ਕਟੇ ਹੋਏ ਚਮੜੇ ਦੇ ਟੁਕੜਿਆਂ ਨੂੰ ਉਸੇ ਹੀ ਮੇਜ਼ ਤੇ ਛੱਡ ਦਿੱਤਾ। ਜੁੱਤੀਆਂ ਲਈ ਸੋਹਣੀ ਜਿਹੀ ਡਿਜ਼ਾਈਨ ਸੋਚਦੇ ਹੀ ਉਹ ਸੌਂ ਗਿਆ। ਉਸ ਨੂੰ ਨੀਂਦਰ ਵਿੱਚ ਕੇਵਲ ਜੁੱਤੀਆਂ ਦੇ ਹੀ ਸੁਪਨੇ ਆ ਰਹੇ ਸਨ। ਅਗਲੀ ਸਵੇਰ ਜਦੋਂ ਉਹ ਥੋੜਾ ਛੇਤੀ ਉੱਠਿਆ, ਉਸ ਦੀਆਂ ਅੱਖਾਂ ਦੇ ਸਾਹਮਣੇ 2 ਜੋੜੀਆਂ ਜੁੱਤੀਆਂ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਤਿਆਰ ਪਈਆਂ ਸਨ। ਉਹਨਾਂ ਨੂੰ ਦੇਖਦਿਆਂ ਮੋਚੀ ਹੈਰਾਨ ਨਾਲ ਕਿਹਾ, ਵਾਹ, ਕੀ ਜਾਦੂ ਹੈ, ਇਹ ਬੜੇ ਸੁੰਦਰ ਹਨ। ਉਸ ਸਵੇਰ ਇੱਕ ਬਹੁਤ ਹੀ ਧਨੀ ਆਦਮੀ ਉਸ ਦੀ ਦੁਕਾਨ ਤੇ ਆਇਆ ਕਿ ਮੈਂ ਜੁੱਤੀਆਂ ਦੀ ਇਹਨਾਂ ਦੋਨਾਂ ਪਿਆਰੀਆਂ ਜੋੜੀਆਂ ਨੂੰ ਆਪਣੇ ਪੁੱਤਰਾਂ ਲਈ ਖਰੀਦ ਸਕਦਾ ਹਾਂ? ਉਸ ਅਮੀਰ ਆਦਮੀ ਨੇ ਕਿਹਾ। ਮੋਚੀ ਨੇ ਬੜੀ ਬੇਕਰਾਰੀ ਨਾਲ ਹਾਮੀ ਭਰ ਦਿੱਤੀ। ਮੋਚੀ ਨੇ ਜੁੱਤੀਆਂ ਦੀ ਇਸ ਜੋੜੀ ਲਈ ਬੜੇ ਚੰਗੇ ਪੈਸੇ ਪ੍ਰਾਪਤ ਵੀ ਹੋਏ, ਜਿਸ ਨਾਲ ਉਹ 4 ਜੋੜੀ ਜੁੱਤੀਆਂ ਬਣਾਉਣ ਲਈ ਚਮੜਾ ਖਰੀਦ ਸਕਦਾ ਸੀ। ਰੋਜ਼ਾਨਾ ਮੋਚੀ ਬੜੀ ਮਿਹਨਤ ਨਾਲ ਜੁੱਤੀਆਂ ਨੂੰ ਅਗਲੀ ਸਵੇਰ ਤਿਆਰ ਕਰਨ ਵਾਸਤੇ ਚਮੜਾ ਕੱਟਿਆ ਕਰਦਾ ਸੀ, ਪਰੰਤੂ ਅਗਲੀ ਸਵੇਰ ਨੂੰ ਉਸ ਨੂੰ ਹਮੇਸ਼ਾ ਹੀ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੀਆਂ ਜੁੱਤੀਆਂ ਦੇ ਜੋੜੇ ਮਿਲਿਆ ਕਰਦੇ ਸਨ। ਇਹ ਜਾਦੂਈ ਕਾਰੋਬਾਰ ਕੁਝ ਸਮੇਂ ਤਾਈਂ ਇੰਜ ਹੀ ਚੱਲਦਾ ਰਿਹਾ। ਮੋਚੀ ਦਾ ਨਾਂ ਹੁਣ ਸ਼ਹਿਰ ਵਿੱਚ ਵਧੀਆ ਜੁੱਤੀਆਂ ਤਿਆਰ ਕਰਨ ਲਈ ਜਾਣਿਆ ਜਾਣ ਲੱਗਾ। ਇੱਕ ਦਿਨ ਮੋਚੀ ਨੇ ਆਪਣੀ ਪਤਨੀ ਨੂੰ ਕਿਹਾ, ਮੈਨੂੰ ਬੜੀ ਹੀ ਹੈਰਾਨੀ ਹੁੰਦੀ ਹੈ ਕਿ ਕੌਣ ਇੰਨੇ ਸੁੰਦਰ ਜੁੱਤੀਆਂ ਤਿਆਰ ਕਰਨ ਵਿੱਚ ਮੇਰੀ ਸਹਾਇਤਾ ਕਰ ਰਿਹਾ ਹੈ। ਸਾਨੂੰ ਆਪਣੀ ਕਾਰਜਸ਼ਾਲਾ ਵਿੱਚ ਲੁਕ ਕੇ ਇਹ ਜਾਣਨਾ ਚਾਹੀਦਾ ਹੈ ਕਿ ਉੱਥੇ ਹੋ ਕੀ ਰਿਹਾ ਹੈ। ਅਤੇ ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ। ਠੀਕ ਅੱਧੀ ਰਾਤ ਵੇਲੇ 2 ਨਿੱਕੇ ਜਿਹੇ ਬੋਣੇ ਪੱਬਾਂ ਪਾਰ ਕਾਰਜਸ਼ਾਲਾ ਵਿੱਚ ਦਾਖਲ ਹੋਏ ਅਤੇ ਫੁਰਤੀ ਨਾਲ ਸੋਹਣੀਆਂ ਜੁੱਤੀਆਂ ਤਿਆਰ ਕਰਨ ਦੇ ਕੰਮ ਵਿੱਚ ਰੁੱਝ ਗਏ। ਉਹਨਾਂ ਨੇ ਪਾਟੇ ਪੁਰਾਣੇ ਕੱਪੜੇ ਪਾਏ ਹੋਏ ਸਨ ਅਤੇ ਨਾ ਹੀ ਉਹਨਾਂ ਦੇ ਪੈਰਾਂ 'ਚ ਜੁੱਤੀਆਂ ਸਨ। ਸਵੇਰ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਕਈ ਜੋੜੇ ਜੁੱਤੀਆਂ ਵੇਚਣ ਲਈ ਤਿਆਰ ਕਰ ਦਿੱਤੇ। ਉਹ ਚੁਟਕੀ ਵਜਾਉਣ ਵਾਂਗ ਹੀ ਅੱਖਾਂ ਤੋਂ ਓਲੇ ਵੀ ਹੋ ਗਏ। ਮੋਚੀ ਅਤੇ ਉਸ ਦੀ ਪਤਨੀ ਇਹਨਾਂ ਬੋਨਿਆਂ ਦਾ ਬੜਾ ਸ਼ੁਕਰਗੁਜ਼ਾਰ ਵੀ ਹੋਏ। ਇਸ ਕੜੀ ਸਰਦੀ ਦੇ ਮੌਸਮ 'ਚ ਇਹ ਨਿੱਕੇ ਜਿਹੇ ਬੋਨੇ ਸਾਡੇ ਲਈ ਕਿੰਨੀ ਕੜੀ ਮਿਹਨਤ ਕਰ ਰਹੇ ਹਨ। ਸਾਨੂੰ ਉਹਨਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਮੋਚੀ ਨੇ ਆਪਣੀ ਪਤਨੀ ਨੂੰ ਕਿਹਾ। ਇਸ ਲਈ ਮੋਚੀ ਕੰਮ ਕਰਨ ਲਈ ਬੈਠਿਆ ਅਤੇ ਉਸਨੇ 2 ਜੋੜੀ ਨਿੱਕੀਆਂ ਜੁੱਤੀਆਂ ਤਿਆਰ ਕੀਤੀਆਂ ਅਤੇ ਉਸ ਦੀ ਪਤਨੀ ਨੇ ਉਹਨਾਂ ਦੋਨਾਂ ਲਈ 2-2 ਜੋੜੀ ਗਰਮ ਕੱਪੜੇ ਵੀ ਸੀ ਕੇ ਤਿਆਰ ਕੀਤੇ। ਕ੍ਰਿਸਮਸ ਦੇ ਮੌਕੇ ਮੋਚੀ ਅਤੇ ਉਸ ਦੀ ਪਤਨੀ ਨੇ ਚਮੜਿਆਂ ਦੇ ਟੁਕੜੇ ਦੀ ਥਾਂ ਉੱਥੇ ਤਿਆਰ ਕੀਤੀਆਂ ਜੁੱਤੀਆਂ ਅਤੇ ਕੱਪੜੇ ਰੱਖ ਦਿੱਤੇ ਅਤੇ ਉਹ ਆਪ ਲੁਕ ਗਏ। ਅੱਧੀ ਰਾਤ ਨੂੰ ਉਹ ਬੋਣੇ ਪ੍ਰਗਟ ਹੋਏ ਅਤੇ ਉਹਨਾਂ ਨੇ ਛੋਟੇ-ਛੋਟੇ ਤੋਹਫਿਆਂ ਨੂੰ ਦੇਖਿਆ। ਇੱਕੋ ਪਲ ਵਿੱਚ ਉਹ ਸਾਰੀ ਚੀਜ਼ਾਂ ਆਪੇ ਪਾ ਲਈਆਂ। ਉਹ ਬਹੁਤ ਖੁਸ਼ ਹੋਏ। ਖੁਸ਼ੀ ਨਾਲ ਉਹ ਨੱਚ ਰਹੇ ਸਨ, ਗਾ ਰਹੇ ਸਨ ਅਤੇ ਇਸ ਤਰ੍ਹਾਂ ਖੁਸ਼ੀ ਮਨਾਉਂਦਿਆਂ ਹੋਏ ਖਿੜਕੀਆਂ ਤੋਂ ਬਾਹਰ ਨਿਕਲ ਗਏ। ਇਸ ਤੋਂ ਬਾਅਦ ਉਹ ਕਦੇ ਵੀ ਮੁੜ ਕੇ ਨਹੀਂ ਆਏ। ਮੋਚੀ ਨੇ ਜੁੱਤੀਆਂ ਬਣਾਉਣ ਦੇ ਕੰਮ ਨੂੰ ਜਾਰੀ ਰੱਖਿਆ।
ਉਹ ਬੜੀ ਆਨੰਦਮਈ ਤੇ ਸੰਤੋਖ ਭਰਿਆ ਜੀਵਨ ਬਤੀਤ ਕਰ ਰਹੇ ਸਨ ਅਤੇ ਬੋਣੇ ਵੀ ਪ੍ਰਸੰਨ ਤੇ ਸੰਤੁਸ਼ਟ ਸਨ। ਪਾਈਡ ਪਾਈਪਰ। ਇੱਕ ਵਾਰ ਦਾ ਜ਼ਿਕਰ ਹੈ, ਹੈਮਲਿਨ ਨਾਂ ਦਾ ਇੱਕ ਛੋਟਾ ਜਿਹਾ ਸੁੰਦਰ ਨਗਰ ਸੀ। ਉੱਥੇ ਸੜਕਾਂ ਦੇ ਕੰਢੇ ਕਈ ਕਿਸਮਾਂ ਦੇ ਮਕਾਨ ਬਣੇ ਹੋਏ ਸਨ। ਨਗਰ ਦੇ ਲੋਕ ਬਹੁਤ ਖੁਸ਼ੀ ਅਤੇ ਸੰਪੰਨਤਾ ਦਾ ਜੀਵਨ ਬਤੀਤ ਕਰ ਰਹੇ ਸਨ। ਲੇਕਿਨ ਇਹ ਸਾਰਾ ਕੁਝ ਕੇਵਲ ਕੁਝ ਵਕਤ ਤੱਕ ਹੀ ਸੀ, ਜਦੋਂ ਤਾਈਂ ਉੱਥੇ ਚੂਹੇ ਨਹੀਂ ਸਨ। ਹੈਮਲਿਨ ਵਿੱਚ ਹਜ਼ਾਰਾਂ ਹੀ ਚੂਹੇ ਆ ਗਏ। ਵੱਡੇ ਚੂਹੇ, ਨਿੱਕੇ ਚੂਹੇ, ਮਾੜੇ ਚੂਹੇ, ਤਗੜੇ ਚੂਹੇ। ਕੋਈ ਨਹੀਂ ਜਾਣਦਾ ਸੀ ਕਿ ਉਹ ਕਿੱਥੋਂ ਆਏ ਸਨ, ਲੇਕਿਨ ਉਹ ਨਗਰ ਵਿੱਚ ਸਾਰੀਆਂ ਥਾਵਾਂ ਤੇ ਫੈਲ ਗਏ। ਉਹ ਬੜੀ ਆਜ਼ਾਦੀ ਨਾਲ ਘਰਾਂ ਤੇ ਦੁਕਾਨਾਂ 'ਚ ਸਾਰੇ ਪਾਸੇ ਦੌੜ ਰਹੇ ਸਨ। ਸੜਕਾਂ ਉਹਨਾਂ ਨਾਲ ਭਰੀਆਂ ਹੋਈਆਂ ਦਿਖਾਈ ਦਿੰਦੀਆਂ ਸਨ। ਕੁਝ ਨਾ ਕੁਝ ਤਾਂ ਜ਼ਰੂਰ ਕਰਨਾ ਹੀ ਪਵੇਗਾ। ਇਸ ਲਈ ਹੈਮਲਿਨ ਦੇ ਸ਼ਹਿਰੀ ਨਗਰ ਦੇ ਮੇਅਰ ਨੂੰ ਮਿਲਣ ਲਈ ਗਏ। ਇਹਨਾਂ ਚੂਹਿਆਂ ਤੋਂ ਸਾਡੀ ਖਲਾਸੀ ਕਰਾਓ, ਲੋਕਾਂ ਨੇ ਮੇਅਰ ਨੂੰ ਕਿਹਾ। ਮੈਂ ਕੀ ਕਰ ਸਕਦਾ ਹਾਂ? ਮੇਅਰ ਨੇ ਆਪਣੀ ਮਜਬੂਰੀ ਦੱਸੀ। ਉਹ ਤਾਂ ਮੇਰੇ ਘਰ ਵਿੱਚ ਵੀ ਸਾਰੇ ਪਾਸੇ ਹਨ। ਤੁਹਾਨੂੰ ਕਿਸੇ ਤਰ੍ਹਾਂ ਵੀ ਉਹਨਾਂ ਚੂਹਿਆਂ ਕੋਲੋਂ ਸਾਡੇ ਨਗਰ ਨੂੰ ਮੁਕਤ ਕਰਾਉਣਾ ਹੀ ਹੋਵੇਗਾ। ਜੇਕਰ ਤੁਸੀਂ ਇਸ ਕੰਮ ਨੂੰ ਕਰਨ ਵਿੱਚ ਨਾਕਾਮ ਰਹੇ ਤਾਂ ਅਸੀਂ ਫਿਰ ਕਿਸੇ ਹੋਰ ਨੂੰ ਆਪਣਾ ਮੇਅਰ ਚੁਣ ਲਵਾਂਗੇ। ਲੋਕਾਂ ਨੇ ਨਾਰਾਜ਼ ਹੋ ਕੇ ਇੱਕ ਸੁਰ 'ਚ ਦਬਾਅ ਤਬਕਾ ਮਾਰਿਆ। ਹੁਣ ਤਾਂ ਮੇਅਰ ਸੋਚੀ ਪੈ ਗਿਆ ਅਤੇ ਆਪਣੇ ਨਗਰ ਨੂੰ ਚੂਹਿਆਂ ਕੋਲੋਂ ਮੁਕਤ ਕਰਾਉਣ ਦਾ ਤਰੀਕਾ ਸੋਚਣ ਲੱਗਾ। ਇਸ ਲਈ ਉਸਨੇ ਉਸ ਵਿਅਕਤੀ ਨੂੰ 1000 ਸੋਨੇ ਦੀਆਂ ਮੋਹਰਾਂ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ, ਜਿਹੜਾ ਕਿ ਉਹਨਾਂ ਵੱਡੇ ਅਤੇ ਬੁਰੇ ਚੂਹਿਆਂ ਕੋਲੋਂ ਨਗਰ ਨੂੰ ਮੁਕਤ ਕਰਾ ਸਕੇਗਾ। ਇੱਕ ਦਿਨ ਇੱਕ ਨੌਜਵਾਨ ਉਸ ਦੇ ਸਾਹਮਣੇ ਪੇਸ਼ ਹੋਇਆ। ਉਸਨੇ ਰੰਗ ਬਿਰੰਗੇ ਕੱਪੜੇ ਪਾਏ ਹੋਏ ਸਨ ਅਤੇ ਉਸਦੇ ਕੋਲ ਇੱਕ ਬੰਸਰੀ ਵੀ ਸੀ। ਉਸਨੇ ਆਪਣੇ ਨਾਰੰਗੀ ਰੰਗ ਦੀ ਟੋਪੀ ਨੂੰ ਸਿਰੋਂ ਚੁੱਕਿਆ ਤੇ ਆਪਣੇ ਆਪ ਨੂੰ ਥੋੜਾ ਜਿਹਾ ਝੁਕਾ ਕੇ ਕਿਹਾ, ਮੈਂ ਇੱਕ ਪਾਈਡ ਪਾਈਪਰ ਹਾਂ। ਮੇਅਰ ਨੇ ਆਪਣੇ ਸਾਹਮਣੇ ਖੜੇ ਇਸ ਅਜਨਬੀ ਨੂੰ ਬੜੀ ਗੌਰ ਨਾਲ ਦੇਖਿਆ। ਜੇਕਰ ਤੁਸੀਂ ਮੈਨੂੰ ਇਨਾਮ ਵਿੱਚ ਚੰਗੀ ਖਾਸੀ ਰਕਮ ਦੇਣ ਦਾ ਵਾਅਦਾ ਕਰੋ ਤਾਂ ਮੈਂ ਇਹਨਾਂ ਚੂਹਿਆਂ ਨੂੰ ਇੱਥੋਂ ਨਠਾ ਦੇਵਾਂਗਾ, ਪਾਈਡ ਪਾਈਪਰ ਨੇ ਕਿਹਾ। ਬਿਲਕੁਲ, ਮੈਂ ਦਵਾਂਗਾ, ਮੇਅਰ ਨੇ ਕਿਹਾ। ਤੂੰ ਚੂਹਿਆਂ ਕੋਲੋਂ ਮੇਰੇ ਨਗਰ ਨੂੰ ਮੁਕਤ ਕਰਾ ਦੇ, ਮੈਂ ਤੈਨੂੰ ਸੋਨੇ ਦੀਆਂ 1000 ਮੋਹਰਾਂ ਦਿਆਂਗਾ। ਬਹੁਤ ਚੰਗਾ, ਕਹਿ ਕੇ ਪਾਈਡ ਪਾਈਪਰ ਸਿੱਧਾ ਸੜਕ ਵਿੱਚ ਚੱਲ ਪਿਆ। ਛੇਤੀ ਹੀ ਉਸਨੇ ਆਪਣੀ ਬੰਸਰੀ ਚੋਂ ਇੱਕ ਜਾਦੂਈ ਤੇ ਨਿਰਾਲੀ ਧੁਨ ਵਜਾਈ, ਜਿਸਨੇ ਸਾਰੇ ਚੂਹਿਆਂ ਨੂੰ ਮੋਹਿਤ ਕਰ ਲਿਆ। ਇੱਕਦਮ ਹੀ ਸਾਰੇ ਚੂਹੇ ਪਾਈਡ ਪਾਈਪਰ ਦੇ ਪਿੱਛੇ ਪਿੱਛੇ ਚੱਲਣ ਲੱਗੇ, ਜੋ ਕਿ ਆਪਣੀ ਬੰਸਰੀ ਤੋਂ ਜਾਦੂਈ ਧੁਨ ਵਜਾਉਂਦੇ ਹੋਏ ਨਦੀ ਵੱਲ ਤੁਰੀ ਜਾ ਰਿਹਾ ਸੀ। ਪਾਈਡ ਪਾਈਪਰ ਦਰਿਆ ਦੇ ਕੰਢੇ ਤੇ ਪੁੱਜ ਕੇ ਰੁਕ ਗਿਆ, ਲੇਕਿਨ ਚੂਹੇ ਨਹੀਂ ਰੁਕੇ। ਸਾਰੇ ਚੂਹੇ ਨਦੀ ਦੀ ਤੇਜ਼ ਧਾਰਾਂ ਵਿੱਚ ਦੌੜ ਪਏ। ਇਨ ਚੂਹਿਆਂ ਦਾ ਅੰਤ ਹੋ ਗਿਆ। ਜਦੋਂ ਪਾਈਡ ਪਾਈਪਰ ਆਪਣਾ ਇਨਾਮ ਲੈਣ ਲਈ ਮੇਅਰ ਕੋਲ ਗਿਆ ਤਾਂ ਉਹ ਹੱਸਣ ਲੱਗਾ ਤੇ ਬੋਲਿਆ, ਕੈਸੇ ਪੈਸੇ? ਮੈਂ ਤੈਨੂੰ ਕੁਝ ਨਹੀਂ ਦੇਣਾ। ਇਹ ਤਾਂ ਨਦੀ ਸੀ ਜਿਸਨੇ ਚੂਹਿਆਂ ਨੂੰ ਡੋਬ ਕੇ ਮਾਰਿਆ ਹੈ। ਪਾਈਡ ਪਾਈਪਰ ਨੂੰ ਬੜੀ ਜ਼ੋਰ ਦਾ ਗੁੱਸਾ ਆਇਆ। ਤੁਸੀਂ ਆਪਣਾ ਵਾਅਦਾ ਤੋੜ ਰਹੇ ਹੋ, ਉਸਨੇ ਕਿਹਾ। ਜੇਕਰ ਤੁਸੀਂ ਮੇਰਾ ਪੈਸਾ ਨਹੀਂ ਦਿੱਤਾ ਤਾਂ ਮੈਂ ਦੂਜੀ ਧੁਨ ਵਜਾਵਾਂਗਾ ਅਤੇ ਫਿਰ ਉਸ ਨਾਲ ਜੋ ਕੁਝ ਵੀ ਹੋਵੇਗਾ ਉਸ ਲਈ ਤੁਹਾਨੂੰ ਆਪਣੀ ਕਰਨੀ ਤੇ ਬਹੁਤ ਪਛਤਾਵਾ ਕਰਨਾ ਪਵੇਗਾ। ਤੂੰ ਜੋ ਕੁਝ ਵੀ ਕਰਨਾ ਚਾਹੁੰਦਾ ਹੈ ਕਰ ਲੈ। ਚੂਹੇ ਤਾਂ ਹਮੇਸ਼ਾ ਲਈ ਚਲੇ ਗਏ ਹਨ ਅਤੇ ਹੁਣ ਤੂੰ ਵੀ ਜਾ ਸਕਦਾ ਹੈ, ਮੇਅਰ ਨੇ ਕਿਹਾ। ਪਾਈਡ ਪਾਈਪਰ ਸੜਕਾਂ ਤੇ ਆ ਗਿਆ ਅਤੇ ਉਸਨੇ ਦੂਜੀ ਜਾਦੂਈ ਧੁਨ ਵਜਾਉਣੀ ਸ਼ੁਰੂ ਕੀਤੀ। ਇਸ ਵਾਰੀ ਦੀ ਧੁਨ ਚੂਹਿਆਂ ਵਾਸਤੇ ਨਹੀਂ ਸੀ। ਅਚਨਚੇਤ ਹੀ ਸਾਰੇ ਬੱਚੇ ਨਗਰ ਦੀਆਂ ਸੜਕਾਂ ਤੇ ਆ ਗਏ ਅਤੇ ਪਾਈਡ ਪਾਈਪਰ ਦੇ ਪਿੱਛੇ ਪਿੱਛੇ ਦੌੜਨ ਲੱਗੇ। ਹੈਮਲਿਨ ਦੇ ਲੋਕ ਬੱਚਿਆਂ ਨੂੰ ਬੁਲਾ ਰਹੇ ਸਨ, ਲੇਕਿਨ ਉਹ ਨਹੀਂ ਰੁਕੇ।
ਪਾਈਟ ਪਾਈਪਰ ਆਪਣੀ ਬੰਸਰੀ ਤੇ ਜਾਦੂਈ ਧੁਨ ਵਜਾ ਰਿਹਾ ਸੀ ਤੇ ਬੱਚੇ ਉਸ ਦੇ ਪਿੱਛੇ ਪਿੱਛੇ ਜਾ ਰਹੇ ਸਨ। ਉਹ ਸਾਰੇ ਨੱਚਦੇ ਗਾਉਂਦੇ ਹੋਏ ਸੜਕ ਤੇ ਫਿਰ ਪੁਲ ਦੇ ਉੱਪਰੋਂ ਚੱਲਦੇ ਹੋਏ ਬੜੀ ਦੂਰ ਪਹਾੜ ਵੱਲ ਜਾ ਰਹੇ ਸਨ। ਜਦੋਂ ਉਹ ਸਾਰੇ ਪਹਾੜ ਤੇ ਪੁੱਜ ਗਏ, ਇੱਕਦਮ ਪਹਾੜ ਵਿੱਚੋਂ ਇੱਕ ਰਾਹ ਖੁੱਲ ਗਿਆ ਅਤੇ ਪਾਈਟ ਪਾਈਪਰ ਬੱਚਿਆਂ ਨੂੰ ਨਾਲ ਲੈ ਕੇ ਅੰਦਰ ਚਲਾ ਗਿਆ ਅਤੇ ਫਿਰ ਪਹਾੜ ਦੀ ਚੱਟਾਨਾਂ ਨੇ ਉਸ ਰਾਹ ਨੂੰ ਬੰਦ ਕਰ ਦਿੱਤਾ। ਕੇਵਲ ਇੱਕ ਛੋਟਾ ਬੱਚਾ ਪਿੱਛੇ ਰਹਿ ਗਿਆ ਕਿਉਂਕਿ ਉਸ ਦੀ ਲੱਤ 'ਚ ਸੱਟ ਵੱਜ ਗਈ ਸੀ। ਇਸ ਕਰਕੇ ਉਹ ਦੂਜੇ ਬੱਚਿਆਂ ਨਾਲ ਅੱਗੇ ਨਹੀਂ ਸੀ ਜਾ ਸਕਿਆ। ਉਹ ਨਿੱਕਾ ਬੱਚਾ ਨਗਰ ਵਿੱਚ ਵਾਪਸ ਆਇਆ ਅਤੇ ਉਸਨੇ ਜੋ ਕੁਝ ਵੀ ਵਾਪਰਦੇ ਹੋਏ ਦੇਖਿਆ ਸੀ ਸਾਰਿਆਂ ਨੂੰ ਦੱਸਿਆ। ਹੈਮਲਿਨ ਦੇ ਲੋਕ ਇਹ ਜਾਣ ਕੇ ਬੜੇ ਨਾਰਾਜ਼ ਹੋਏ ਅਤੇ ਉਹਨਾਂ ਸਾਰਿਆਂ ਨੇ ਇਹ ਮਹਿਸੂਸ ਕੀਤਾ ਕਿ ਉਹ ਜੋ ਕੁਝ ਵੀ ਵਾਪਰਿਆ ਹੈ ਉਸ ਲਈ ਮੇਅਰ ਜ਼ਿੰਮੇਵਾਰ ਹੈ। ਹੁਣ ਮੇਅਰ ਪਾਈਟ ਪਾਈਪਰ ਨੂੰ ਮਿਲਣਾ ਚਾਹੁੰਦਾ ਸੀ ਅਤੇ ਉਸ ਵੱਲੋਂ ਮੰਗੀ ਹੋਈ ਰਕਮ ਵੀ ਉਸ ਨੂੰ ਦੇਣਾ ਚਾਹੁੰਦਾ ਸੀ, ਪਰ ਪਾਈਟ ਪਾਈਪਰ ਜਾ ਚੁੱਕਿਆ ਸੀ। ਇਸ ਘਟਨਾ ਤੋਂ ਬਾਅਦ ਕਿਸੇ ਨੇ ਵੀ ਉਸ ਨੂੰ ਕਦੇ ਵੀ ਨਹੀਂ ਦੇਖਿਆ। ਜੁੱਤੀਆਂ ਵਾਲਾ ਮਾਣੋ। ਇੱਕ ਸਮੇਂ ਦੀ ਬਾਤ ਹੈ ਕਿ ਗਰੀਬ ਕਿਸਾਨ ਦੇ 3 ਪੁੱਤਰ ਸੀ। ਜਦੋਂ ਉਸ ਦੀ ਮ੍ਰਿਤੂ ਹੋ ਗਈ ਤਾਂ ਉਹ ਜੋ ਕੁਝ ਵੀ ਆਪਣੇ ਪਿੱਛੇ ਛੱਡ ਗਿਆ ਸੀ ਉਸ ਦੇ ਪੁੱਤਰਾਂ ਨੇ ਆਪਸ 'ਚ ਵੰਡ ਲਿਆ। ਸਭ ਤੋਂ ਵੱਡੇ ਪੁੱਤਰ ਨੇ ਆਪਣੇ ਲਈ ਖੇਤ ਚੁਣਿਆ, ਦੂਜੇ ਪੁੱਤਰ ਨੇ ਗਾਂ ਲੈ ਲਈ ਅਤੇ ਸਭ ਤੋਂ ਛੋਟੇ ਪੁੱਤਰ ਨੂੰ ਮਿਲਿਆ ਇੱਕ ਮਾਣੋ ਭਾਵ ਬਿੱਲਾ, ਜਿਸ ਨੂੰ ਸਾਰੇ ਪੁੱਸ ਕਿਹਾ ਕਰਦੇ ਸਨ। ਸਾਰਿਆਂ ਤੋਂ ਛੋਟਾ ਪੁੱਤਰ ਆਮ ਕਰਕੇ ਉਸ ਨੂੰ ਪ੍ਰਾਪਤ ਹਿੱਸੇ ਦੇ ਦੁੱਖ ਪ੍ਰਗਟ ਕਰਦਾ ਸ਼ਿਕਾਇਤ ਕਰਿਆ ਕਰਦਾ ਸੀ। ਉਹ ਕਹਿੰਦਾ, ਮੇਰਾ ਭਰਾ ਆਪਣੀ ਰੋਜ਼ੀ ਰੋਟੀ ਆਰਾਮ ਨਾਲ ਕਮਾ ਲੈਣਗੇ, ਪਰ ਮੈਂ ਤਾਂ ਸ਼ਾਇਦ ਛੇਤੀ ਹੀ ਭੁੱਖ ਨਾਲ ਮਰ ਜਾਵਾਂਗਾ। ਜਦੋਂ ਪੁੱਸ ਨੇ ਇਹ ਗੱਲ ਸੁਣੀ ਤਾਂ ਉਸਨੇ ਕਿਹਾ, ਮੇਰੇ ਚੰਗੇ ਮਾਲਕ, ਚਿੰਤਾ ਨਾ ਕਰੋ। ਤੁਸੀਂ ਦੇਖੋਗੇ ਕਿ ਤੁਸੀਂ ਜਿਸ ਤਰ੍ਹਾਂ ਦਾ ਮੈਨੂੰ ਸਮਝਦੇ ਹੋ ਮੈਂ ਉਸ ਤੋਂ ਜ਼ਿਆਦਾ ਕਮਦਾ ਹਾਂ। ਬਸ ਤੁਸੀਂ ਮੈਨੂੰ ਇੱਕ ਖਾਲੀ ਝੋਲਾ, ਆਪਣੀ ਖੰਭਾਂ ਵਾਲੀ ਟੋਪੀ ਅਤੇ ਇੱਕ ਜੋੜੀ ਜੁੱਤੀਆਂ ਦੇ ਦਿਓ। ਪੁੱਸ ਨੇ ਜੋ ਜੋ ਮੰਗਿਆ ਸੀ ਨੌਜਵਾਨ ਲੜਕੇ ਨੇ ਉਹ ਕੁਝ ਦੇ ਦਿੱਤਾ। ਪੁੱਸ ਨੇ ਮਾਲਿਕ ਦੇ ਜੁੱਤੇ ਅਤੇ ਖੰਭਾਂ ਵਾਲੀ ਟੋਪੀ ਪਾ ਲਈ। ਉਸਨੇ ਖਾਲੀ ਝੋਲੇ ਨੂੰ ਆਪਣੇ ਮੋਢੇ ਤੇ ਲਟਕਾਇਆ ਅਤੇ ਖੇਤਾਂ ਵੱਲ ਚੱਲ ਪਿਆ। ਛੇਤੀ ਹੀ ਉਸਨੇ ਇੱਕ ਸਹਿਆ ਨੂੰ ਫੜ ਲਿਆ ਅਤੇ ਫੌਰਨ ਹੀ ਉਸ ਨੂੰ ਆਪਣੇ ਝੋਲੇ 'ਚ ਪਾ ਲਿਆ। ਜੁੱਤੀਆਂ ਵਾਲੇ ਪੁੱਸ ਨੇ ਮਹਿਲਾਂ ਵੱਲ ਰੁਖ ਕੀਤਾ ਅਤੇ ਉੱਥੇ ਪੁੱਜ ਕੇ ਰਾਜੇ ਨਾਲ ਗੱਲ ਕਰਨ ਦੀ ਇੱਛਾ ਜ਼ਾਹਿਰ ਕੀਤੀ। ਰਾਜੇ ਦੇ ਸਾਹਮਣੇ ਚੰਗੀ ਤਰ੍ਹਾਂ ਝੁਕਣ ਤੋਂ ਬਾਅਦ ਜੁੱਤੀਆਂ ਵਾਲੇ ਪੁੱਸ ਨੇ ਕਿਹਾ, ਮਹਾਰਾਜ, ਤੁਹਾਡੇ ਲਈ ਆਪਣੇ ਸਵਾਮੀ ਕੈਰਾਵਾਸ ਦੇ ਮਾਰਕੁਇਸ ਵੱਲੋਂ ਇੱਕ ਭੇਂਟ ਲੈ ਕੇ ਆਇਆ ਹਾਂ। ਰਾਜੇ ਨੇ ਬੜੀ ਪ੍ਰਸੰਨਤਾ ਨਾਲ ਉੱਤਰ ਦਿੱਤਾ, ਤੁਹਾਡੇ ਸਵਾਮੀ ਕੈਰਾਵਾਸ ਦੇ ਮਾਰਕੁਇਸ ਨੂੰ ਕਹਿਣਾ ਕਿ ਅਸੀਂ ਉਸ ਦੀ ਭੇਟ ਨੂੰ ਬੜੀ ਪ੍ਰਸੰਨਤਾ ਨਾਲ ਸਵੀਕਾਰ ਕਰਦੇ ਹਾਂ। ਕੁਝ ਦਿਨਾਂ ਬਾਅਦ ਜੁੱਤੀਆਂ ਵਾਲਾ ਪੁੱਸ ਫਿਰ ਆਪਣਾ ਥੈਲਾ ਲੈ ਕੇ ਬਾਹਰ ਨਿਕਲਿਆ। ਇਸ ਵਾਰ ਉਸਨੇ ਮੋਟੀਆਂ-ਮੋਟੀਆਂ 2 ਮੁਰਗਾਬੀਆਂ ਫੜੀਆਂ ਸਨ। ਹੁਣ ਫਿਰ ਜੁੱਤੀਆਂ ਵਾਲਾ ਪੁੱਸ ਰਾਜਾ ਨੂੰ ਮਿਲਣ ਲਈ ਗਿਆ। ਉਸਨੇ ਕਿਹਾ, ਮਹਾਰਾਜ, ਮੇਰੇ ਸਵਾਮੀ ਕੈਰਾਵਾਸ ਦੇ ਮਾਰਕੁਇਸ ਵੱਲੋਂ ਇੱਕ ਹੋਰ ਭੇਟ ਪੇਸ਼ ਕਰਦਾ ਹਾਂ। ਧੰਨਵਾਦ। ਜੁੱਤੀਆਂ ਵਾਲੇ ਪੁੱਸ ਰਾਜੇ ਨੇ ਕਿਹਾ, ਤੁਹਾਡੇ ਸਵਾਮੀ ਵੱਲੋਂ ਭੇਜੀ ਗਈ ਭੇਟਾਂ ਨਾਲ ਮੈਂ ਬਹੁਤ ਪ੍ਰਸੰਨ ਹਾਂ। ਬੜੇ ਸਮੇਂ ਤੱਕ ਜੁੱਤੀਆਂ ਵਾਲਾ ਪੁੱਸ ਰਾਜਾ ਲਈ ਆਪਣੇ ਸਵਾਮੀ ਕੈਰਾਵਾਸ ਦੇ ਮਾਰਕੁਇਸ ਵੱਲੋਂ ਸਹਿਆ ਅਤੇ ਪੇਰੂ ਪੰਛੀ ਆਦਿ ਤੋਹਫੇ ਦੇ ਤੌਰ ਤੇ ਲੈ ਜਾਂਦਾ ਰਿਹਾ। ਇੱਕ ਸਵੇਰ ਉਸਨੇ ਸੁਣਿਆ ਰਾਜਾ ਆਪਣੀ ਰਾਜਕੁਮਾਰੀ ਨੂੰ ਕਹਿ ਰਿਹਾ ਸੀ, ਪਿਆਰੀ ਧੀਏ, ਅੱਜ ਮੈਂ ਨਦੀ ਦੇ ਕੰਢੇ ਤੁਹਾਨੂੰ ਬੱਗੀ ਦੀ ਸੈਰ ਕਰਾਉਣ ਲਈ ਲੈ ਜਾਵਾਂਗਾ। ਉਸੇ ਦਿਨ ਦੇ
ਤੀਜੇ ਪਹਿਰ ਜੁੱਤੀਆਂ ਵਾਲਾ ਪੁੱਸ ਤੇ ਉਸ ਦਾ ਮਾਲਿਕ ਨਦੀ ਦੇ ਕੰਢੇ ਤੇ ਬੈਠੇ ਹੋਏ ਸਨ। ਸਿਆਣੇ ਬਿੱਲੇ ਨੇ ਕਿਹਾ, ਮੇਰੇ ਕੋਲ ਇੱਕ ਤਰਕੀਬ ਹੈ। ਤੁਸੀਂ ਆਪਣੇ ਕੱਪੜੇ ਲਾਹ ਕੇ ਨਹਾਉਣ ਲਈ ਨਦੀ 'ਚ ਚਲੇ ਜਾਓ। ਜੇਕਰ ਤੁਸੀਂ ਇੰਜ ਕਰੋਗੇ ਤਾਂ ਤੁਸੀਂ ਇਹ ਦੇਖੋਗੇ ਕਿ ਹਮੇਸ਼ਾ ਲਈ ਤੁਹਾਡੇ ਦਿਨ ਕਿਵੇਂ ਬਦਲ ਜਾਂਦੇ ਹਨ। ਉਸ ਦੇ ਸਵਾਮੀ ਕੈਰਾਵਸ ਦੇ ਮਾਰਕਵਿਸ ਨੇ ਉਂਝ ਹੀ ਕੀਤਾ ਜਿਵੇਂ ਕਰਨ ਦੀ ਸਲਾਹ ਜੁੱਤੀਆਂ ਵਾਲੇ ਪੁੱਸ ਨੇ ਦਿੱਤੀ ਸੀ, ਅਤੇ ਜਦੋਂ ਉਹ ਨਹਾ ਰਿਹਾ ਸੀ ਉਸੇ ਵੇਲੇ ਹੀ ਉਹਨਾਂ ਨੂੰ ਰਾਜਾ ਦੀ ਬੱਗੀ ਆਪਣੇ ਵੱਲ ਆਉਂਦੀ ਦਿਖਾਈ ਪਈ। ਜੁੱਤੀਆਂ ਵਾਲੇ ਪੁੱਸ ਨੇ ਆਪਣੇ ਸਵਾਮੀ ਵੱਲ ਵੇਖਿਆ, ਅੱਖ ਮਾਰੀ ਅਤੇ ਰਾਜੇ ਦੀ ਬੱਗੀ ਵੱਲ ਦੌੜਦਾ ਚੀਖਿਆ, ਕਿਰਪਾ ਕਰਕੇ ਮੇਰੀ ਸਹਾਇਤਾ ਕਰੋ। ਮੇਰੇ ਸਵਾਮੀ ਨਦੀ 'ਚ ਹਨ ਅਤੇ ਉਹਨਾਂ ਦੇ ਸਾਰੇ ਕੱਪੜੇ ਚੋਰੀ ਹੋ ਗਏ ਹਨ। ਰਾਜੇ ਨੇ ਆਪਣੇ ਕੋਚਵਾਨ ਨੂੰ ਹੁਕਮ ਦਿੱਤਾ ਕਿ ਉਹ ਜਾਏ ਤੇ ਕੈਰਾਵਾਸ ਤੇ ਮਾਰਕਵਿਸ ਨੂੰ ਜੋ ਕੁਝ ਵੀ ਚਾਹੀਦਾ ਹੋਵੇ ਉਸ ਨੂੰ ਪੂਰਾ ਕੀਤਾ ਜਾਵੇ। ਛੇਤੀ ਹੀ ਉਹਨਾਂ ਲੋਕਾਂ ਨੇ ਕੱਪੜਿਆਂ ਦਾ ਇੰਤਜ਼ਾਮ ਕੀਤਾ ਅਤੇ ਫਿਰ ਮਾਰਕਵਿਸ ਨੂੰ ਚੰਗੇ ਭੇਖ ਨਾਲ ਸਜਾ ਕੇ ਰਾਜੇ ਦੇ ਸਾਹਮਣੇ ਪੇਸ਼ ਕੀਤਾ। ਰਾਜਾ ਪਹਿਲਾਂ ਤੋਂ ਹੀ ਮਾਰਕਵਿਸ ਦੀਆਂ ਭੇਟਾਂ ਨਾਲ ਪ੍ਰਭਾਵਿਤ ਸੀ। ਉਹਨਾਂ ਨੇ ਜੁੱਤੀਆਂ ਵਾਲੇ ਪੁੱਸ ਨੂੰ ਪਛਾਣ ਲਿਆ। ਰਾਜੇ ਨੇ ਮਾਰਕਵਿਸ ਨੂੰ ਸ਼ਾਹੀ ਬੱਗੀ ਵਿੱਚ ਉਹਨਾਂ ਦੇ ਘਰ ਪਰਤਣ ਲਈ ਪ੍ਰਸਤਾਵ ਦਿੱਤਾ। ਖੁਸ਼ੀ ਨਾਲ ਪਾਗਲ ਜੁੱਤੀਆਂ ਵਾਲਾ ਪੁੱਸ ਬੱਗੀ ਤੋਂ ਬਹੁਤ ਅੱਗੇ ਦੌੜ ਰਿਹਾ ਸੀ। ਉਸ ਨੂੰ ਖੇਤਾਂ ਵਿੱਚ ਕੰਮ ਕਰਦੇ ਕੁਝ ਮਜ਼ਦੂਰ ਦਿਖਾਈ ਪਏ। ਸਿਆਣੇ ਬਿੱਲੇ ਨੇ ਉਹਨਾਂ ਨੂੰ ਪੁੱਛਿਆ, ਇਹ ਖੇਤ ਕਿਸਦੇ ਹਨ? ਉਹਨਾਂ ਨੇ ਦੱਸਿਆ, ਇਹ ਸਾਰੇ ਖੇਤ ਇੱਕ ਆਦਮਖੋਰ ਦੈਂਤ ਦੇ ਹਨ। ਉਹ ਸਾਡਾ ਮਾਲਿਕ ਹੈ। ਖੇਤਾਂ ਦੇ ਨਾਲ ਜੋ ਵੱਡਾ ਸਾਰਾ ਕਿਲਾ ਹੈ ਉਹ ਉਸੇ ਵਿੱਚ ਰਹਿੰਦਾ ਹੈ। ਉਸ ਦੇ ਕੋਲ ਅਜੀਬ ਜੀਆਂ ਸ਼ਕਤੀਆਂ ਹਨ। ਉਹ ਆਪਣੇ ਆਪ ਨੂੰ ਕਿਸੇ ਵੀ ਪ੍ਰਕਾਰ ਦੇ ਜਾਨਵਰ ਦੇ ਰੂਪ ਵਿੱਚ ਬਦਲ ਸਕਦਾ ਹੈ। ਸਾਰੇ ਲੋਕ ਉਸ ਤੋਂ ਬਹੁਤ ਜ਼ਿਆਦਾ ਡਰਦੇ ਹਨ। ਮਜ਼ਦੂਰਾਂ ਨੇ ਦੱਸਿਆ, ਕੱਲ ਤੱਕ ਇੰਤਜ਼ਾਰ ਕਰੋ, ਦੁਸ਼ਟ ਦੈਂਤ ਚਲਾ ਜਾਵੇਗਾ। ਚਿੰਤਾ ਨਾ ਕਰੋ, ਹੁਣ ਤੁਸੀਂ ਖੇਤਾਂ 'ਚ ਆਪਣੇ ਨਵੇਂ ਮਾਲਕ ਕੈਰਾਵਾਸ ਤੇ ਮਾਰਕਵਿਸ ਲਈ ਕੰਮ ਕਰ ਸਕਦੇ ਹੋ। ਜੁੱਤੀਆਂ ਵਾਲੇ ਪੁੱਸ ਨੇ ਉਹਨਾਂ ਸਾਹਮਣੇ ਫਸਲ ਦਾ ਇੱਕ ਹਿੱਸਾ ਦੇਣ ਦਾ ਵੀ ਪ੍ਰਸਤਾਵ ਰੱਖਿਆ, ਬਸ਼ਰਤੇ ਉਹ ਸਾਰਿਆਂ ਨੂੰ ਇਹ ਹੀ ਦੱਸਣ ਕਿ ਇਹ ਖੇਤ ਕੈਰਾਵਾਸ ਤੇ ਮਾਰਕਵਿਸ ਦੇ ਹਨ। ਜਦੋਂ ਸ਼ਾਹੀ ਸਵਾਰੀ ਅੱਗੇ ਵਧੀ ਤਾਂ ਰਾਜੇ ਨੇ ਖੇਤਾਂ 'ਚ ਕੁਝ ਮਜ਼ਦੂਰਾਂ ਨੂੰ ਕੰਮ ਕਰਦਿਆਂ ਦੇਖਿਆ ਤੇ ਉਹਨਾਂ ਨੂੰ ਪੁੱਛਿਆ, ਇਹ ਖੇਤ ਕਿਸ ਦੇ ਹਨ? ਸਾਡੇ ਮਾਲਕ ਕੈਰਾਵਾਸ ਦੇ ਮਾਰਕਵਿਸ ਦੇ, ਮਜ਼ਦੂਰਾਂ ਨੇ ਜਵਾਬ ਦਿੱਤਾ, ਜਿਵੇਂ ਕਿ ਜੁੱਤੀਆਂ ਵਾਲੇ ਪੁੱਸ ਨੇ ਉਹਨਾਂ ਨੂੰ ਸਮਝਾ ਰੱਖਿਆ ਸੀ। ਲਾਰਡ ਮਾਰਕਵਿਸ, ਤੁਹਾਡੇ ਕੋਲ ਬੜੀ ਚੰਗੀ ਜ਼ਮੀਨ ਹੈ, ਰਾਜੇ ਨੇ ਕਿਹਾ। ਧੰਨਵਾਦ ਸ਼੍ਰੀਮਾਨ, ਹੈਰਾਨੀ ਨਾਲ ਮਾਰਕਵਿਸ ਨੇ ਜਵਾਬ ਦਿੱਤਾ। ਛੇਤੀ ਹੀ ਬੱਗੀ ਦੂਜੇ ਖੇਤ ਵੱਲੋਂ ਨਿਕਲੀ ਜਿੱਥੇ ਮਜ਼ਦੂਰ ਕੰਮ ਕਰ ਰਹੇ ਸਨ। ਜਦੋਂ ਰਾਜੇ ਨੇ ਉਹਨਾਂ ਨੂੰ ਪੁੱਛਿਆ ਕਿ ਇਹ ਖੇਤ ਕਿਸ ਦੇ ਹਨ ਤਾਂ ਮਜ਼ਦੂਰਾਂ ਨੇ ਜਵਾਬ ਦਿੱਤਾ, ਸਾਡੇ ਮਾਲਕ ਕੈਰਾਵਾਸ ਤੇ ਮਾਰਕਵਿਸ ਦੇ। ਰਾਜੇ ਨੇ ਇੱਕ ਵਾਰੀ ਫਿਰ ਮਾਰਕਵਿਸ ਨੂੰ ਉਸ ਦੀ ਸੰਪਤੀ ਲਈ ਵਧਾਈ ਦਿੱਤੀ। ਇਸੇ ਦੌਰਾਨ ਜੁੱਤੀਆਂ ਵਾਲਾ ਪੁੱਸ ਉਸ ਵਿਸ਼ਾਲ ਕਿਲੇ ਤੱਕ ਪਹੁੰਚ ਗਿਆ ਜਿੱਥੇ ਉਹ ਨਿਰਦਈ ਦੈਂਤ ਰਹਿੰਦਾ ਸੀ। ਜੁੱਤੀਆਂ ਵਾਲੇ ਪੁੱਸ ਨੇ ਦੈਂਤ ਨੂੰ ਕਿਹਾ, ਮੈਨੂੰ ਪਤਾ ਚੱਲਿਆ ਹੈ ਕਿ ਤੁਸੀਂ ਹਰ ਪ੍ਰਕਾਰ ਦੇ ਵੱਡੇ ਜਾਨਵਰ ਦਾ ਰੂਪ ਧਾਰਨ ਕਰ ਸਕਦੇ ਹੋ, ਲੇਕਿਨ ਮੈਂ ਇੰਨੀ ਦੂਰੀ ਤੈਅ ਕਰਕੇ ਕੇਵਲ ਇਹ ਦੇਖਣ ਲਈ ਆਇਆ ਹਾਂ ਕਿ ਤੁਸੀਂ ਨਿੱਕੇ ਤੋਂ ਨਿੱਕੇ ਪਸ਼ੂ ਜਿਵੇਂ ਚੂਹੇ ਦਾ ਵੀ ਰੂਪ ਧਾਰਨ ਕਰ ਸਕਦੇ ਹੋ। ਹਾਂ ਬਿਲਕੁਲ, ਤੂੰ ਹੁਣੇ ਦੇਖ ਲਵੇਂਗਾ, ਦੈਂਤ ਨੇ ਉੱਤਰ ਦਿੱਤਾ ਅਤੇ ਤੁਰੰਤ ਹੀ ਉਹ ਇੱਕ ਚੂਹਾ ਬਣ ਗਿਆ ਅਤੇ ਫਰਸ਼ ਦੇ ਇੱਥੇ ਉੱਥੇ ਘੁੰਮਣ ਲੱਗ ਪਿਆ। ਇੱਧਰ ਸਿਆਣੇ ਬਿੱਲੇ ਨੇ ਜਿਵੇਂ ਹੀ ਦੈਂਤ ਨੂੰ ਚੂਹੇ ਦੇ ਰੂਪ 'ਚ ਦੇਖਿਆ, ਉਹ ਉਸ ਤੇ ਚਪਟ ਪਿਆ ਅਤੇ ਉਸ ਨੂੰ ਪੂਰਾ ਦਾ ਪੂਰਾ ਖਾ ਗਿਆ ਅਤੇ ਇਸ ਤਰ੍ਹਾਂ ਨਿਰਦਈ ਦੈਂਤ ਦਾ ਖਾਤਮਾ ਹੋ ਗਿਆ। ਛੇਤੀ ਹੀ ਸ਼ਾਹੀ ਬੱਗੀ ਦੈਂਤ ਦੇ ਕਿਲੇ ਕੋਲ ਪੁੱਜ ਗਈ। ਬੱਗੀ ਦੇ ਚਾਕਾਂ ਦੀ ਆਵਾਜ਼ ਸੁਣ ਕੇ ਜੁੱਤੀਆਂ ਵਾਲਾ ਪੁੱਸ ਛੇਤੀ ਦੇ ਕੇ ਬਾਹਰ ਨਿਕਲਿਆ। ਬੱਗੀ ਤੋਂ
ਹੇਠਾਂ ਉਤਰਦਿਆਂ ਰਾਜੇ ਨੇ ਪੁੱਛਿਆ, ਕੈਰਾਵਾਸ ਦੇ ਮਹਾਨ ਸ਼ਾਸਕ ਮਾਰਕੁਇਸ, ਕੀ ਇਹ ਕਿਲਾ ਵੀ ਤੁਹਾਡਾ ਹੈ? ਜੀ ਮਹਾਰਾਜ, ਤੁਸੀਂ ਠੀਕ ਫਰਮਾ ਰਹੇ ਹੋ। ਜੁੱਤੀਆਂ ਵਾਲੇ ਪੁੱਸ ਨੇ ਕਿਹਾ, ਮੇਰੇ ਸਵਾਮੀ ਕੈਰਾਵਾਸ ਦੇ ਸ਼ਾਸਕ ਮਾਰਕੁਇਸ ਦੇ ਕਿਲੇ ਵਿੱਚ ਤੁਹਾਡਾ ਸਵਾਗਤ ਹੈ। ਪੁੱਸ ਨੇ ਸਵਾਮੀ ਵੱਲ ਦੇਖਦਿਆਂ ਅੱਖ ਮਚਕਾਈ ਤੇ ਕਿਹਾ, ਤੁਹਾਡੀ ਕਿਰਪਾ ਹੋਵੇ ਤਾਂ ਅੰਦਰ ਚਲੀਏ। ਜੁੱਤੀਆਂ ਵਾਲੇ ਪੁੱਸ ਅਤੇ ਉਸਦੇ ਸਵਾਮੀ ਨੇ ਰਾਜੇ ਅਤੇ ਰਾਜਕੁਮਾਰੀ ਦਾ ਸਵਾਗਤ ਕੀਤਾ ਅਤੇ ਉਹ ਉਹਨਾਂ ਨੂੰ ਅੰਦਰ ਇੱਕ ਵੱਡੇ ਹਾਲ ਵਿੱਚ ਲੈ ਗਏ, ਜਿੱਥੇ ਸ਼ਾਨਦਾਰ ਦਾਵਤ ਦਾ ਸਮਾਨ ਸਜਿਆ ਹੋਇਆ ਸੀ। ਉਹ ਸਾਰੇ ਦਾਵਤ ਖਾਣ ਲਈ ਬੈਠ ਗਏ। ਰਾਜਾ ਕੈਰਾਵਾਸ ਦੇ ਮਾਰਕੁਇਸ ਦੀ ਅਥਾਹ ਸੰਪਤੀ ਅਤੇ ਸ਼ਾਨਦਾਰ ਮਹਿਲਾਂ ਨੂੰ ਦੇਖ ਕੇ ਬੜਾ ਪ੍ਰਭਾਵਿਤ ਹੋਇਆ। ਰਾਜੇ ਨੇ ਬੜੀ ਨਿਮਰਤਾ ਨਾਲ ਆਪਣੀ ਧੀ ਲਈ ਕੈਰਾਵਾਸ ਦੇ ਮਾਰਕੁਇਸ ਦਾ ਹੱਥ ਮੰਗਿਆ। ਨਿਸ਼ਚਿਤ ਤੌਰ ਤੇ ਮਾਰਕੁਇਸ ਰਾਜਕੁਮਾਰੀ ਨਾਲ ਵਿਆਹ ਦਾ ਪ੍ਰਸਤਾਵ ਸੁਣਦੇ ਸਾਰ ਹੀ ਬੜਾ ਪ੍ਰਸੰਨ ਹੋਇਆ। ਅਗਲੇ ਦਿਨ ਹੀ ਉਹਨਾਂ ਦਾ ਵਿਆਹ ਹੋ ਗਿਆ ਅਤੇ ਉਹ ਖੁਸ਼ੀ-ਖੁਸ਼ੀ ਹਮੇਸ਼ਾ ਲਈ ਮਹਿਲਾਂ ਵਿੱਚ ਰਹਿਣ ਲੱਗੇ। ਸਮੇਂ-ਸਮੇਂ ਤੇ ਜੁੱਤੀਆਂ ਵਾਲਾ ਪੁੱਸ ਅੱਖ ਮਾਰ ਕੇ ਹੌਲੀ ਦੇ ਕੇ ਕੰਨਾਂ 'ਚ ਕਿਹਾ ਕਰਦਾ, ਸਵਾਮੀ, ਤੁਸੀਂ ਜਿੰਨਾ ਸੋਚਦੇ ਸੀ ਮੈਂ ਉਸ ਤੋਂ ਕਿਤੇ ਜ਼ਿਆਦਾ ਕੰਮ ਦਾ ਨਿਕਲਿਆ ਹੈ ਕਿ ਨਹੀਂ? ਡੱਡੂ ਰਾਜਕੁਮਾਰ। ਇੱਕ ਵਾਰ ਦੀ ਗੱਲ ਹੈ ਕਿ ਇੱਕ ਬਹੁਤ ਹੀ ਸੁੰਦਰ ਰਾਜਕੁਮਾਰੀ ਸੀ। ਉਹ ਆਪਣੇ ਰਾਜੇ ਪਿਤਾ ਨਾਲ ਕਿਲੇ ਵਿੱਚ ਰਿਹਾ ਕਰਦੀ ਸੀ। ਕਿਲੇ ਦੇ ਕੋਲ ਹੀ ਇੱਕ ਬਹੁਤ ਵੱਡਾ ਜੰਗਲ ਸੀ ਅਤੇ ਉਸ ਜੰਗਲ ਦੇ ਵਿਚਕਾਰ ਇੱਕ ਬੜਾ ਪੁਰਾਣਾ ਦਰਖਤ ਖੜਾ ਸੀ। ਉਸ ਦਰਖਤ ਦੀਆਂ ਸ਼ਾਖਾਵਾਂ ਦੇ ਥੱਲੇ ਇੱਕ ਝਰਨਾ ਵਹਿੰਦਾ ਸੀ। ਰਾਜਕੁਮਾਰੀ ਹਰ ਦਿਨ ਚੁੱਪ-ਚਪੀਤੇ ਕਿਲੇ ਤੋਂ ਬਾਹਰ ਨਿਕਲਦੀ ਅਤੇ ਦੌੜ ਕੇ ਜੰਗਲ ਦੇ ਅੰਦਰ ਦੂਰ ਤਾਈਂ ਚਲੀ ਜਾਂਦੀ ਸੀ। ਖੇਡਣ ਦੀ ਚੀਜ਼ਾਂ ਵਿੱਚੋਂ ਉਸ ਨੂੰ ਆਪਣੀ ਸੋਨੇ ਦੀ ਗੇਂਦ ਬੜੀ ਹੀ ਪਸੰਦ ਸੀ। ਉਹ ਉਸ ਨੂੰ ਆਪਣੇ ਨਾਲ ਹਰ ਥਾਂ ਲੈ ਜਾਂਦੀ ਸੀ। ਇੱਕ ਦਿਨ ਜਦੋਂ ਰਾਜਕੁਮਾਰੀ ਜੰਗਲ 'ਚ ਖੇਡ ਰਹੀ ਸੀ, ਉਸਨੇ ਹਵਾ 'ਚ ਆਪਣੀ ਗੇਂਦ ਬਹੁਤ ਉੱਪਰ ਤੱਕ ਉਛਾਲੀ। ਗੇਂਦ ਉਛਲਦੀ ਤੇ ਟੱਪੇ ਖਾਂਦੀ-ਖਾਂਦੀ ਝਰਨੇ 'ਚ ਜਾ ਡਿੱਗੀ। ਰਾਜਕੁਮਾਰੀ ਦੇਖ ਰਹੀ ਸੀ ਕਿ ਉਸਦੀ ਸੋਨੇ ਦੀ ਗੇਂਦ ਪਾਣੀ ਦੀ ਡੂੰਘਾਈ 'ਚ ਡੁੱਬੀ ਜਾ ਰਹੀ ਹੈ। ਉਹ ਰੋਣ ਲੱਗੀ, ਬੜੀ ਜ਼ੋਰ-ਜ਼ੋਰ ਦੀ। ਅਚਨਚੇਤ ਹੀ ਕਿਤੋਂ ਇੱਕ ਆਵਾਜ਼ ਆਈ, ਕੀ ਗੱਲ ਹੈ ਰਾਜਕੁਮਾਰੀ, ਤੂੰ ਕਿਉਂ ਰੋ ਰਹੀ ਹੈ? ਰਾਜਕੁਮਾਰੀ ਨੇ ਚਾਰੇ ਪਾਸੇ ਦੇਖਿਆ। ਉਸਨੇ ਵੇਖਿਆ ਕਿ ਇੱਕ ਭੱਦਾ ਜਿਹਾ ਡੱਡੂ ਉਸ ਵੱਲ ਦੇਖ ਰਿਹਾ ਹੈ। ਉਸਨੇ ਜਵਾਬ ਦਿੱਤਾ, ਮੇਰੀ ਸੋਨੇ ਦੀ ਗੇਂਦ ਪਾਣੀ 'ਚ ਜਾ ਡਿੱਗੀ ਹੈ, ਬਸ ਇਸੇ ਲਈ ਮੈਨੂੰ ਰੋਣਾ ਆ ਰਿਹਾ ਹੈ। ਰੋ ਨਾ, ਡੱਡੂ ਨੇ ਕਿਹਾ। ਹੋ ਸਕਦਾ ਹੈ ਮੈਂ ਤੁਹਾਡੀ ਕੁਝ ਮਦਦ ਕਰ ਸਕਾਂ। ਜੇਕਰ ਮੈਂ ਤੁਹਾਡੀ ਗੇਂਦ ਕੱਢ ਦਿਆਂ ਤਾਂ ਤੁਸੀਂ ਮੈਨੂੰ ਕੀ ਦੇਵੋਗੇ? ਪਿਆਰੇ ਡੱਡੂ, ਤੂੰ ਜੋ ਕੁਝ ਵੀ ਮੰਗੇਗਾ ਮੈਂ ਤੈਨੂੰ ਉਹ ਦੇ ਦੇਵਾਂਗੀ, ਰਾਜਕੁਮਾਰੀ ਨੇ ਕਿਹਾ। ਕੀ ਤੈਨੂੰ ਮੇਰਾ ਹਾਰ ਚਾਹੀਦਾ ਹੈ, ਜਾਂ ਮੇਰੀ ਪਿਆਰੀ ਜਿਹੀ ਅੰਗੂਠੀ, ਜਾਂ ਫਿਰ ਕੀ ਤੈਨੂੰ ਮੇਰਾ ਸੋਨੇ ਦਾ ਮੁਕਟ ਲੈਣਾ ਪਸੰਦ ਆਵੇਗਾ? ਨਹੀਂ, ਡੱਡੂ ਨੇ ਕਿਹਾ। ਫਿਰ ਤੈਨੂੰ ਕੀ ਚਾਹੀਦਾ ਹੈ? ਰਾਜਕੁਮਾਰੀ ਨੇ ਪੁੱਛਿਆ। ਡੱਡੂ ਨੇ ਸੁੰਦਰ ਰਾਜਕੁਮਾਰੀ ਵੱਲ ਦੇਖਿਆ ਤੇ ਕਿਹਾ, ਮੈਂ ਤੁਹਾਡੇ ਨਾਲ ਦੋਸਤੀ ਕਰਨਾ ਅਤੇ ਖੇਡਣਾ ਚਾਹੁੰਦਾ ਹਾਂ। ਮੈਂ ਖਾਣੇ ਦੀ ਮੇਜ਼ ਤੇ ਤੁਹਾਡੇ ਨਾਲ ਬੈਠਣਾ ਚਾਹੁੰਦਾ ਹਾਂ ਅਤੇ ਤੁਹਾਡੇ ਮੁਲਾਇਮ ਰੇਸ਼ਮੀ ਸਰਹਾਣੇ ਤੇ ਸੌਣਾ ਚਾਹੁੰਦਾ ਹਾਂ। ਜੇਕਰ ਤੁਸੀਂ ਇਹ ਸਾਰਾ ਕੁਝ ਮੈਨੂੰ ਦੇ ਦੇਵੋਗੇ ਤਾਂ ਮੈਂ ਤੁਹਾਡੀ ਗੇਂਦ ਲਿਆ ਕੇ ਦੇਵਾਂਗਾ। ਠੀਕ ਹੈ, ਮੈਂ ਵਾਅਦਾ ਕਰਦੀ ਹਾਂ, ਰਾਜਕੁਮਾਰੀ ਨੇ ਕਿਹਾ। ਉਹ ਸੋਚਣ ਲੱਗੀ, ਇਹ ਬਦਸੂਰਤ ਡੱਡੂ ਭਲਾ ਕਿਵੇਂ ਮੇਰੇ ਕਿਲੇ ਤੱਕ ਪਹੁੰਚ ਪਾਵੇਗਾ ਅਤੇ ਮੇਰੇ ਨਾਲ ਖੇਡੇਗਾ। ਇਸ ਨੂੰ ਤਾਂ ਇਸੇ ਝਰਨੇ ਵਿੱਚ ਰਹਿਣਾ ਚਾਹੀਦਾ ਹੈ। ਇਸ ਦਾ ਘਰ ਇਹੀ ਹੈ। ਲੇਕਿਨ ਬਸ ਉਹੀ ਤਰੀਕਾ ਹੈ ਕਿ ਜਿਸ ਨਾਲ ਉਸ ਨੂੰ ਆਪਣੀ ਸੋਨੇ ਦੀ ਗੇਂਦ ਵਾਪਸ ਮਿਲ ਸਕਦੀ ਸੀ। ਇਸ ਲਈ ਰਾਜਕੁਮਾਰੀ ਨੇ ਕਿਹਾ, ਹਾਂ ਠੀਕ ਹੈ, ਮੈਂ ਤੈਨੂੰ ਵਚਨ ਦਿੰਦੀ ਹਾਂ। ਹੁਣ ਡੱਡੂ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਛੇਤੀ ਹੀ ਆਪਣੇ ਮੂੰਹ ਅੰਦਰ ਸੋਨੇ ਦੀ ਗੇਂਦ ਨੂੰ ਦਬਾ ਕੇ ਉੱਤੇ ਲੈ ਆਇਆ। ਉਸਨੇ ਗੇਂਦ ਨੂੰ ਘਾਹ ਉੱਪਰ ਸੁੱਟ ਦਿੱਤਾ। ਵਾਹ, ਮੇਰੀ ਸੋਨੇ ਦੀ ਗੇਂਦ, ਰਾਜਕੁਮਾਰੀ ਨੇ ਕਿਹਾ। ਉਸਨੇ ਗੇਂਦ ਚੁੱਕੀ ਤੇ ਦੌੜ ਪਈ। ਰੁਕੋ ਰੁਕੋ, ਡੱਡੂ ਨੇ ਜ਼ੋਰ ਦੀ ਆਵਾਜ਼ ਦਿੱਤੀ, ਮੈਨੂੰ ਆਪਣੇ ਨਾਲ ਲੈ ਚਲੋ, ਮੈਂ ਤੁਹਾਡੇ ਵਾਂਗ ਤੇਜ਼ ਨਹੀਂ ਚੱਲ ਸਕਦਾ। ਰਾਜਕੁਮਾਰੀ ਨਹੀਂ ਰੁਕੀ।
ਉਹ ਦੌੜ ਕੇ ਆਪਣੇ ਕਿਲੇ ਵਿੱਚ ਚਲੀ ਗਈ ਅਤੇ ਉਸ ਵਿਚਾਰੇ ਡੱਡੂ ਬਾਰੇ ਸਾਰਾ ਕੁਝ ਭੁੱਲ ਗਈ। ਅਗਲੇ ਦਿਨ ਸ਼ਾਮ ਨੂੰ ਰਾਜਕੁਮਾਰੀ ਆਪਣੇ ਰਾਜੇ ਪਿਤਾ ਨਾਲ ਖਾਣੇ ਦੀ ਮੇਜ਼ ਉੱਤੇ ਬੈਠੀ ਹੋਈ ਸੀ। ਅਚਾਨਕ ਹੀ ਉਹਨਾਂ ਦੇ ਦਰਵਾਜ਼ੇ ਉੱਤੇ ਦਸਤਕ ਦੀ ਆਵਾਜ਼ ਸੁਣੀ। ਕੋਈ ਕਹਿ ਰਿਹਾ ਸੀ, ਰਾਜਕੁਮਾਰੀ, ਰਾਜਕੁਮਾਰੀ, ਦਰਵਾਜ਼ਾ ਖੋਲੋ। ਰਾਜਕੁਮਾਰੀ, ਮਿਹਰਬਾਨੀ ਕਰਕੇ ਦਰਵਾਜ਼ਾ ਖੋਲੋ। ਕਿਸੇ ਨੇ ਫਿਰ ਦਰਵਾਜ਼ੇ ਨੂੰ ਖੜਕਾਉਂਦਿਆਂ ਕਿਹਾ। ਰਾਜਕੁਮਾਰੀ ਛੇਤੀ ਨਾਲ ਦਰਵਾਜ਼ੇ ਵੱਲ ਦੌੜੀ ਅਤੇ ਦਰਵਾਜ਼ੇ ਨੂੰ ਖੋਲ੍ਹਿਆ। ਜਦੋਂ ਉਸਨੇ ਸਾਹਮਣੇ ਡੱਡੂ ਨੂੰ ਦੇਖਿਆ ਤਾਂ ਛੇਤੀ ਦੇ ਕੇ ਦਰਵਾਜ਼ਾ ਬੰਦ ਕਰ ਦਿੱਤਾ। ਰਾਜੇ ਨੇ ਪੁੱਛਿਆ, ਤੂੰ ਇੰਨੀ ਡਰੀ ਹੋਈ ਕਿਉਂ ਹੈ? ਕੌਣ ਹੈ ਉੱਥੇ? ਉਹ ਇੱਕ ਪੈੜਾ ਜਿਹਾ ਡੱਡੂ ਹੈ। ਫਿਰ ਰਾਜਕੁਮਾਰੀ ਨੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸੀ ਕਿ ਕਿਵੇਂ ਡੱਡੂ ਨੇ ਉਸਦੀ ਗੇਂਦ ਨੂੰ ਲੱਭਣ 'ਚ ਸਹਾਇਤਾ ਕੀਤੀ ਸੀ। ਰਾਜਕੁਮਾਰੀ ਨੇ ਇਹ ਵੀ ਦੱਸਿਆ ਕਿ ਉਸਨੇ ਡੱਡੂ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਸਨੂੰ ਆਪਣਾ ਮਿੱਤਰ ਬਣਾ ਲਵਾਂਗੀ ਤੇ ਉਸ ਨਾਲ ਖੇਡਿਆ ਕਰਾਂਗੀ। ਸੁਣੋ, ਮੈਂ ਬੜੀ ਦੂਰੋਂ ਆਇਆ ਹਾਂ। ਰਾਜਕੁਮਾਰੀ, ਦਰਵਾਜ਼ਾ ਖੋਲੋ, ਮੈਨੂੰ ਅੰਦਰ ਆਣ ਦਿਓ। ਡੱਡੂ ਚੀਖ ਰਿਹਾ ਸੀ। ਰਾਜੇ ਨੇ ਹੁਕਮ ਦਿੱਤਾ, ਧੀਏ, ਤੈਨੂੰ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਤੁਰੰਤ ਦਰਵਾਜ਼ਾ ਖੋਲ। ਰਾਜਕੁਮਾਰੀ ਨੇ ਆਪਣੀ ਗਲਤੀ ਲਈ ਖਿਮਾ ਮੰਗੀ ਅਤੇ ਡੱਡੂ ਨੂੰ ਅੰਦਰ ਆਉਣ ਦਿੱਤਾ। ਡੱਡੂ ਰਾਜਕੁਮਾਰੀ ਦੇ ਪਿੱਛੇ ਪਿੱਛੇ ਕੁੱਦਦਾ ਹੋਇਆ ਮੇਜ਼ ਤੱਕ ਆ ਗਿਆ। ਡੱਡੂ ਨੇ ਕਿਹਾ, ਕਿਰਪਾ ਕਰਕੇ ਮੈਨੂੰ ਚੁੱਕ ਕੇ ਮੇਜ਼ ਉੱਤੇ ਬਿਠਾਓ। ਰਾਜਕੁਮਾਰੀ ਨੇ ਡੱਡੂ ਨੂੰ ਚੁੱਕ ਕੇ ਮੇਜ਼ ਤੇ ਆਪਣੀ ਪਲੇਟ ਕੋਲ ਬਿਠਾ ਲਿਆ। ਇੰਜ ਡੱਡੂ ਨੇ ਰਾਜਕੁਮਾਰੀ ਨਾਲ ਉਸਦੀ ਸੋਨੇ ਦੀ ਪਲੇਟ ਵਿੱਚੋਂ ਖਾਣਾ ਖਾਧਾ ਅਤੇ ਉਸਦੇ ਸੋਨੇ ਦੇ ਪਿਆਲੇ ਵਿੱਚੋਂ ਪੀ ਵੀ ਲਿਆ। ਉਹ ਇੰਨਾ ਵਧੀਆ ਖਾਣਾ ਖਾ ਕੇ ਅਤੇ ਆਪਣੀ ਪਿਆਰੀ ਰਾਜਕੁਮਾਰੀ ਨਾਲ ਉਸਦੇ ਮਹਿਲਾਂ ਵਿੱਚ ਆ ਕੇ ਬੜਾ ਹੀ ਖੁਸ਼ ਸੀ। ਅੰਤ ਵਿੱਚ ਡੱਡੂ ਨੇ ਕਿਹਾ, ਮੈਂ ਹੁਣ ਸੋਣਾ ਚਾਹੁੰਦਾ ਹਾਂ। ਕੀ ਤੁਸੀਂ ਮੈਨੂੰ ਆਪਣੇ ਸੌਣ ਦੇ ਕਮਰੇ 'ਚ ਲੈ ਚੱਲੋਗੇ? ਮੈਂ ਤੁਹਾਡੇ ਬਿਸਤਰ 'ਤੇ ਸੋਵਾਂਗਾ। ਫਿਰ ਰਾਜਕੁਮਾਰੀ ਨੇ ਡੱਡੂ ਨੂੰ ਬੜੀ ਹੀ ਸਾਵਧਾਨੀ ਨਾਲ ਆਪਣੀ ਹਥੇਲੀ ਤੇ ਰੱਖਿਆ ਅਤੇ ਉਸ ਨੂੰ ਸੌਣ ਵਾਲੇ ਕਮਰੇ 'ਚ ਲੈ ਗਈ। ਮੈਂ ਥੱਕ ਗਿਆ ਹਾਂ ਤੇ ਮੇਰੀ ਇੱਛਾ ਹੈ ਕਿ ਮੈਂ ਤੁਹਾਡੇ ਮੁਲਾਇਮ ਅਤੇ ਰੇਸ਼ਮੀ ਸਿਰਹਾਣੇ ਤੇ ਸੋਵਾਂ, ਡੱਡੂ ਨੇ ਕਿਹਾ। ਛੇਤੀ ਹੀ ਡੱਡੂ ਸੁੰਦਰ ਸਿਰਹਾਣੇ ਤੇ ਸੋ ਗਿਆ। ਰਾਜਕੁਮਾਰੀ ਹੁਣ ਸਮਝ ਗਈ ਕਿ ਉਸਦੇ ਪਿਤਾ ਠੀਕ ਹੀ ਕਹਿ ਰਹੇ ਸਨ। ਉਸ ਨੂੰ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਸੀ। ਰਾਜਕੁਮਾਰੀ ਨੇ ਸੋਨੇ ਦੀ ਗੇਂਦ ਲੱਭਣ ਲਈ ਡੱਡੂ ਨੂੰ ਧੰਨਵਾਦ ਦਿੱਤਾ ਅਤੇ ਸ਼ੁਭ ਰਾਤਰੀ ਲਈ ਚੁੰਬਨ ਵੀ। ਕਮਰੇ 'ਚ ਚਾਰੇ ਪਾਸੇ ਚਾਂਦੀ ਵਰਗਾ ਪ੍ਰਕਾਸ਼ ਫੈਲਿਆ ਹੋਇਆ ਸੀ। ਇਸੇ ਜਾਦੂਈ ਪਲ ਵਿੱਚ ਡੱਡੂ ਇੱਕ ਸੁੰਦਰ ਰਾਜਕੁਮਾਰ ਦੇ ਰੂਪ 'ਚ ਬਦਲ ਗਿਆ। ਇੱਕ ਦੁਸ਼ਟ ਜਾਦੂਗਰਨੀ ਨੇ ਮੈਨੂੰ ਮੰਤਰਾਂ ਰਾਹੀਂ ਡੱਡੂ ਬਣਾ ਦਿੱਤਾ ਸੀ, ਰਾਜਕੁਮਾਰ ਨੇ ਸਮਝਾਉਂਦਿਆਂ ਹੋਏ ਕਿਹਾ। ਇਹ ਸ਼ਰਾਪ ਤਦੋਂ ਤੱਕ ਹੀ ਰਹਿਣਾ ਸੀ ਜਦੋਂ ਤਾਈਂ ਕੋਈ ਮੇਰੇ ਪ੍ਰਤੀ ਦਇਆ ਦਿਖਾ ਕੇ ਮੇਰਾ ਮਿੱਤਰ ਨਾ ਬਣ ਜਾਂਦਾ। ਪਿਆਰੀ ਰਾਜਕੁਮਾਰੀ, ਤੁਹਾਡੀ ਦਇਆ ਲਈ ਧੰਨਵਾਦ। ਹੁਣ ਉਹ ਦੁਸ਼ਟਤਾਪੂਰਨ ਮੰਤਰ ਜਾਲ ਟੁੱਟ ਗਿਆ ਹੈ ਤਾਂ ਮੈਂ ਆਜ਼ਾਦ ਹਾਂ। ਮੇਰੀ ਇੱਛਾ ਹੈ ਕਿ ਤੁਸੀਂ ਆਪਣਾ ਵਾਅਦਾ ਨਿਭਾਓ ਤੇ ਮੈਨੂੰ ਆਪਣਾ ਮਿੱਤਰ ਅਤੇ ਖੇਡਣ ਦਾ ਸੰਗੀ ਬਣਾ ਲਓ, ਉਹ ਵੀ ਹਮੇਸ਼ਾ ਲਈ, ਰਾਜਕੁਮਾਰ ਨੇ ਮੁਸਕਰਾਉਂਦੇ ਹੋਏ ਕਿਹਾ। ਜਵਾਬ ਵਿੱਚ ਰਾਜਕੁਮਾਰੀ ਬੜੀ ਸ਼ਾਲੀਨਤਾ ਨਾਲ ਮੁਸਕਰਾਈ ਅਤੇ ਉਸਨੇ ਆਪਣੀ ਪ੍ਰਵਾਨਗੀ ਵਿੱਚੋਂ ਸਿਰ ਹਿਲਾਇਆ। ਰਾਜਾ ਇਸ ਗੱਲ ਲਈ ਖੁਸ਼ ਸੀ ਕਿ ਰਾਜਕੁਮਾਰੀ ਨੇ ਆਪਣਾ ਵਾਅਦਾ ਨਿਭਾਇਆ। ਉਹ ਰਾਜਕੁਮਾਰ ਨੂੰ ਆਪਣੀ ਧੀ ਲਈ ਯੋਗ ਵਰ ਦੇ ਰੂਪ ਵਿੱਚ ਸਵੀਕਾਰ ਕਰਕੇ ਵੀ ਬੜਾ ਪ੍ਰਸੰਨ ਸੀ। ਰਾਜੇ ਨੇ ਛੇਤੀ ਹੀ ਉਹਨਾਂ ਦੇ ਵਿਆਹ ਦਾ ਐਲਾਨ ਕੀਤਾ। ਸੋਨੇ ਦੀ ਇੱਕ ਸੁੰਦਰ ਬੱਗੀ ਕਿਲੇ ਤੱਕ ਲਿਆਉਂਦੀ ਗਈ। ਉਸ ਵਿੱਚ ਬੜੀ ਪ੍ਰਸੰਨਤਾ ਨਾਲ ਰਾਜਕੁਮਾਰ ਆਪਣੀ ਸੁੰਦਰ ਰਾਜਕੁਮਾਰੀ ਨੂੰ ਲੈ ਕੇ ਆਪਣੇ ਰਾਜ 'ਚ ਲੈ ਗਿਆ ਅਤੇ ਫਿਰ ਉਹ ਸਦਾ ਲਈ ਪ੍ਰਸੰਨਤਾ ਨਾਲ ਰਹਿਣ ਲੱਗੇ। ਖਰਗੋਸ਼ ਅਤੇ ਕੱਛੂ ਕੰਮਾ। ਇੱਕ ਖਰਗੋਸ਼ ਸੀ ਜਿਹੜਾ ਹਮੇਸ਼ਾ ਕੱਛੂ ਅਤੇ ਉਸਦੀ ਹੌਲੀ-ਹੌਲੀ ਅਤੇ ਲੱਤਾਂ ਨੂੰ ਧੂੰ ਕੇ ਚੱਲਣ ਕਾਰਨ ਉਸ ਤੇ ਹੱਸਦਾ ਤੇ ਮਖੌਲ ਉਡਾਇਆ ਕਰਦਾ ਸੀ। ਆਪਣੀਆਂ ਇੰਨੀਆਂ ਨਿੱਕੀਆਂ-ਨਿੱਕੀਆਂ ਲੱਤਾਂ ਨਾਲ ਤੂੰ ਕਿਤੇ ਵੀ ਪਹੁੰਚ ਸਕਦਾ ਹੈ। ਮੇਰੀਆਂ ਲੰਮੀਆਂ-ਲੰਮੀਆਂ ਟੰਗਾਂ ਵੱਲ ਵੇਖ, ਇਹ ਇੰਨੀਆਂ ਫੁਰਤੀਲੀਆਂ ਹਨ ਕਿ ਕੋਈ ਵੀ ਮੇਰੇ ਨਾਲ ਦੌੜ ਵਿੱਚ ਮੁਕਾਬਲਾ ਕਰਨ ਦੀ ਹਿੰਮਤ ਵੀ ਨਹੀਂ ਕਰ ਸਕਦਾ। ਖਰਗੋਸ਼ ਦੀ ਇਸ ਤਰ੍ਹਾਂ ਚੇਖੀ ਬਗਾਰਨ ਦੀਆਂ ਗੱਲਾਂ ਸੁਣ ਕੇ ਜੰਗਲ ਦੇ ਸਾਰੇ ਜਾਨਵਰ ਥੱਕ ਗਏ ਸਨ।
ਕੱਛੂ ਨੇ ਆਪਣੀ ਲੰਮੀ ਗਰਦਨ ਬਾਹਰ ਕੱਢੀ ਤੇ ਖਰਗੋਸ਼ ਨੂੰ ਚੁਣੌਤੀ ਦਿੰਦਿਆਂ ਕਿਹਾ, ਚਲੋ ਹੋ ਜਾਵੇ ਦੌੜ, ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਤੈਨੂੰ ਹਰਾ ਦਿਆਂਗਾ। ਇਹ ਸੁਣਦੇ ਸਾਰ ਹੀ ਸਾਰੇ ਜਾਨਵਰ ਹੈਰਾਨੀ ਵਿੱਚ ਪੈ ਗਏ, ਕਿਉਂਕਿ ਉਹ ਭਲੀ ਭਾਂਤੀ ਜਾਣਦੇ ਸਨ ਕਿ ਕੱਛੂ ਉਹਨਾਂ ਸਾਰਿਆਂ ਵਿੱਚ ਸਭ ਤੋਂ ਹੌਲੀ ਰਫ਼ਤਾਰ ਵਿੱਚ ਚੱਲਣ ਵਾਲਾ ਪ੍ਰਾਣੀ ਹੈ। ਪਰ ਖਰਗੋਸ਼ ਠਹਾਕਾ ਮਾਰ ਕੇ ਹੱਸਿਆ ਤੇ ਬੋਲਿਆ, ਇਹ ਹੌਲੀ ਰਫ਼ਤਾਰ ਨਾਲ ਰਿੜਕਣ ਵਾਲਾ ਸੋਚ ਰਿਹਾ ਹੈ ਕਿ ਇਹ ਮੈਨੂੰ ਹਰਾ ਦੇਵੇਗਾ। ਕੀ ਮਜ਼ਾਕ ਹੈ, ਮੇਰੇ ਨਾਲ ਦੌੜ ਲਾਵੇਂਗਾ, ਵਾਹ ਕਿੰਨਾ ਮਜ਼ਾ ਆਵੇਗਾ। ਖਰਗੋਸ਼ ਕਹਿ ਰਿਹਾ ਸੀ, ਹਾਂ ਹਾਂ ਅਸੀਂ ਦੌੜ ਦਾ ਮੁਕਾਬਲਾ ਜ਼ਰੂਰ ਕਰਾਂਗੇ। ਚੰਗੀ ਤਰ੍ਹਾਂ ਤਿਆਰ ਹੋ ਜਾ ਕੱਛੂ ਜੀ, ਹੁਣ ਦੇਖੀ ਕਿ ਮੇਰੇ ਪੈਰ ਕਿਸ ਚੀਜ਼ ਦੇ ਬਣੇ ਹੋਏ ਹਨ। ਤੂੰ ਪੂਰੀ ਤਰ੍ਹਾਂ ਦੌੜ ਦੀ ਸ਼ੁਰੂਆਤ ਵੀ ਨਹੀਂ ਕਰ ਸਕੇਗਾ ਤੇ ਮੈਂ ਤੈਨੂੰ ਹਰਾ ਦਿਆਂਗਾ। ਖਰਗੋਸ਼ ਡਿੰਗਾ ਮਾਰਦਾ ਰਿਹਾ। ਕੱਛੂ ਨੇ ਉਸ ਨੂੰ ਸਾਵਧਾਨ ਕਰਦੇ ਹੋਏ ਕਿਹਾ, ਬਿਹਤਰ ਹੋਵੇਗਾ ਜੇ ਤੂੰ ਇਸ ਗੱਲ ਉੱਤੇ ਜ਼ਿਆਦਾ ਭਰੋਸਾ ਨਾ ਕਰੇ। ਜੰਗਲ ਦੇ ਸਾਰੇ ਨਿੱਕੇ ਵੱਡੇ ਜਾਨਵਰ ਇਸ ਦੌੜ ਨੂੰ ਦੇਖਣ ਲਈ ਇਕੱਠੇ ਹੋ ਗਏ। ਜਿਵੇਂ ਹੀ ਦੌੜ ਆਰੰਭ ਹੋਣ ਦਾ ਇਸ਼ਾਰਾ ਹੋਇਆ, ਖਰਗੋਸ਼ ਲੰਮੀ ਛਲਾਂਗਾ ਲਾ ਕੇ ਅੱਗੇ ਕੁੱਦਿਆ ਅਤੇ ਛੇਤੀ ਹੀ ਉਸਨੇ ਧੂਲ ਘਟਾ ਭਰੀ ਸੜਕ ਉੱਤੇ ਹੌਲੀ ਰਫ਼ਤਾਰ ਨਾਲ ਚੱਲਦੇ ਹੋਏ ਕੱਛੂ ਨੂੰ ਪਿੱਛੇ ਛੱਡ ਦਿੱਤਾ। ਕੁਝ ਸਮਾਂ ਬਾਅਦ ਜਦੋਂ ਖਰਗੋਸ਼ ਨੇ ਰੁਕ ਕੇ ਪਿੱਛੇ ਮੁੜ ਕੇ ਵੇਖਿਆ ਤਾਂ ਕੱਛੂ ਦਾ ਕਿਤੇ ਵੀ ਅਤਾ ਪਤਾ ਨਹੀਂ ਸੀ। ਮੇਰੇ ਲਈ ਤਾਂ ਇਹੀ ਦੌੜ ਜਿੱਤਣ ਦੇ ਬਰਾਬਰ ਹੀ ਹੈ। ਇੰਜ ਸੋਚਦਿਆਂ ਘਮੰਡੀ ਖਰਗੋਸ਼ ਛਾਂ ਵਾਲੀ ਥਾਂ ਲਈ ਚਾਰੇ ਪਾਸੇ ਵੇਖਣ ਲੱਗਾ। ਮੇਰੇ ਲਈ ਸੱਚ ਕਹੋ ਤਾਂ ਜਲਦਬਾਜ਼ੀ ਕਰਨ ਦੀ ਲੋੜ ਹੀ ਨਹੀਂ ਹੈ। ਮੈਂ ਇੱਕ ਛੋਟੀ ਜਿਹੀ ਚਪਕੀ ਵੀ ਲੈ ਸਕਦਾ ਹਾਂ। ਫਿਰ ਵੀ ਕੱਛੂ ਨੂੰ ਹਰਾਉਣ ਲਈ ਮੇਰੇ ਕੋਲ ਬਹੁਤ ਸਮਾਂ ਹੋਵੇਗਾ। ਖਰਗੋਸ਼ ਨੇ ਮਨ ਹੀ ਮਨ ਕਿਹਾ ਅਤੇ ਛੇਤੀ ਹੀ ਦਰਖਤ ਨਾਲ ਜੱਫੀ ਪਾ ਕੇ ਸੋ ਗਿਆ। ਛੇਤੀ ਹੀ ਉਸ ਨੂੰ ਡੂੰਗੀ ਨੀਂਦਰ ਆ ਗਈ। ਇਸ ਵਿਚਕਾਰ ਕੱਛੂ ਹੌਲੀ ਹੌਲੀ ਚੱਲਦਾ ਰਿਹਾ। ਉਹ ਬਿਲਕੁਲ ਵੀ ਨਹੀਂ ਰੁਕਿਆ ਅਤੇ ਇੱਕ ਤੋਂ ਬਾਅਦ ਦੂਜਾ ਕਦਮ ਚੰਗੀ ਤਰ੍ਹਾਂ ਰੱਖਦਾ ਹੋਇਆ ਅੱਗੇ ਵੱਧਦਾ ਰਿਹਾ। ਹੌਲੀ ਹੌਲੀ ਚੱਲਦੇ ਵੀ ਉਹ ਯਕੀਨੀ ਤੌਰ ਤੇ ਅੱਗੇ ਵੱਧਦਾ ਰਿਹਾ ਅਤੇ ਖਰਗੋਸ਼ ਕੋਲੋਂ ਅੱਗੇ ਨਿਕਲ ਗਿਆ, ਜਿਹੜਾ ਹੁਣੇ ਵੀ ਸ਼ਾਂਤੀ ਨਾਲ ਸੋ ਰਿਹਾ ਸੀ। ਅੰਤ ਖਰਗੋਸ਼ ਦੀ ਅੱਖ ਖੁੱਲੀ। ਹੁਣ ਚੱਲਣਾ ਚਾਹੀਦਾ ਹੈ, ਉਸਨੇ ਸੋਚਿਆ ਅਤੇ ਤੇਜ਼ੀ ਨਾਲ ਦੌੜ ਪਿਆ। ਇੰਨੀ ਤੇਜ਼ੀ ਨਾਲ ਦੌੜਿਆ ਜਿੰਨਾ ਉਹ ਪਹਿਲਾਂ ਕਦੇ ਵੀ ਨਹੀਂ ਸੀ ਦੌੜਿਆ। ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਕੱਛੂ ਦੌੜ ਸਮਾਪਤੀ ਦੇ ਲਕੀਰ ਦੇ ਬਹੁਤ ਕਰੀਬ ਪਹੁੰਚ ਚੁੱਕਿਆ ਸੀ। ਖਰਗੋਸ਼ ਸੁਣ ਰਿਹਾ ਸੀ ਕਿ ਜੰਗਲ ਦੇ ਸਾਰੇ ਜਾਨਵਰ ਕੱਛੂ ਦੇ ਜਿੱਤਣ ਦੇ ਐਲਾਨ ਉੱਤੇ ਚੀਖ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਸਨ। ਸ਼ੇਖੀ ਭਗਾਰਨ ਦੀ ਆਪਣੀ ਆਦਤ ਅਤੇ ਲਾਪਰਵਾਹੀ ਕਾਰਨ ਖਰਗੋਸ਼ ਦੌੜ 'ਚ ਹਾਰ ਗਿਆ। ਹੁਣ ਉਹ ਕਦੇ ਵੀ ਆਪਣੀ ਤੇਜ਼ ਰਫ਼ਤਾਰ ਬਾਰੇ ਡੀਂਗ ਨਹੀਂ ਮਾਰ ਸਕੇਗਾ। ਆਪਣੇ ਨਿਸ਼ਚੈ ਤੇ ਦ੍ਰਿੜ ਰਹਿਣ ਵਾਲੇ ਕੱਛੂ ਨੇ ਸਾਰੇ ਜਾਨਵਰਾਂ ਨੂੰ ਦਿਖਾ ਦਿੱਤਾ ਕਿ ਅੰਤ ਵਿੱਚ ਜਿੱਤ ਰਫ਼ਤਾਰ ਦੀ ਨਹੀਂ ਬਲਕਿ ਦ੍ਰਿੜਤਾ ਦੀ ਹੁੰਦੀ ਹੈ। ਹੌਲੀ ਪਰੰਤੂ ਦ੍ਰਿੜਤਾ ਨਾਲ ਚੱਲਣਾ ਵੀ ਮੁਕਾਬਲੇ ਨੂੰ ਜਿੱਤਦਾ ਹੈ। ਇੱਚੋ ਦਲੇਰ ਨਿੱਕਾ ਦਰਜੀ। ਇੱਕ ਸਮੇਂ ਦੀ ਗੱਲ ਹੈ ਕਿ ਇੱਕ ਨਿੱਕਾ ਦਰਜੀ, ਜਿਸ ਦਾ ਨਾਂ ਟੈਡ ਸੀ, ਆਪਣੀ ਦੁਕਾਨ 'ਚ ਬੈਠ ਕੇ ਕੋਈ ਵਧੀਆ ਜਿਹੇ ਕੱਪੜੇ ਦੀ ਸਿਲਾਈ ਕਰ ਰਿਹਾ ਸੀ। ਉਸ ਵੇਲੇ ਹੀ ਉਸਨੂੰ ਇੱਕ ਜਨਾਨਾ ਆਵਾਜ਼ ਸੁਣਾਈ ਪਈ, ਮੁਰੱਬਾ ਖਰੀਦ ਲਓ ਮੁਰੱਬਾ। ਔਰਤ ਆਵਾਜ਼ ਦੇ ਰਹੀ ਸੀ, ਜ਼ਰਾ ਇਸ ਪਾਸੇ ਆਓ, ਇਸ ਪਾਸੇ। ਟੈਡ ਨੇ ਜ਼ੋਰ ਦੀ ਆਵਾਜ਼ ਦਿੱਤੀ, ਮੈਨੂੰ ਥੋੜਾ ਜਿਹਾ ਮੁਰੱਬਾ ਖਰੀਦਣਾ ਹੈ। ਦਰਜੀ ਨੇ ਛੇਤੀ ਹੀ ਮੁਰੱਬਾ ਖਰੀਦਿਆ ਅਤੇ ਉਸਨੂੰ ਆਪਣੀ ਡਬਲ ਰੋਟੀ ਦੇ ਟੁਕੜੇ ਤੇ ਫੈਲਾ ਲਿਆ। ਜਿਵੇਂ ਹੀ ਇਹ ਕਮੀਜ਼ ਸਿਲ ਕੇ ਤਿਆਰ ਹੋ ਜਾਵੇਗੀ, ਮੈਂ ਇਸ ਨੂੰ ਖਾ ਲਵਾਂਗਾ, ਟੈਡ ਨੇ ਮਨ ਹੀ ਮਨ ਕਿਹਾ ਅਤੇ ਆਪਣੇ ਕੋਲ ਰੱਖ ਲਿਆ। ਮੁਰੱਬੇ ਦੀ ਖੁਸ਼ਬੂ ਪਾਉਂਦੇ ਸਾਰ ਹੀ ਉੱਥੇ ਬਹੁਤ ਸਾਰੀਆਂ ਸ਼ਹਿਦ ਦੀਆਂ ਮੱਖੀਆਂ ਆ ਗਈਆਂ। ਦੌੜੋ ਇੱਥੋਂ, ਟੈਡ ਚੀਖਿਆ, ਲੇਕਿਨ ਸ਼ਹਿਦ ਦੀਆਂ ਮੱਖੀਆਂ ਨਹੀਂ ਮੰਨੀਆਂ। ਉਹ ਮੁਰੱਬੇ ਦੇ ਚਾਰੇ ਪਾਸੇ ਪਿਣਪਣਾਉਂਦੀਆਂ ਹੋ ਰਹੀਆਂ। ਆਖਿਰ ਤੰਗ ਹੋ ਕੇ ਨਾਰਾਜ਼ ਦਰਜੀ ਨੇ ਆਪਣੀ ਸਾਰੀ ਤਾਕਤ ਨਾਲ ਉਹਨਾਂ ਤੇ ਵਾਰ ਕੀਤਾ। ਉਸਨੇ ਇੱਕੋ ਹੀ ਵਾਰ ਨਾਲ ਕੋਈ 7 ਮੱਖੀਆਂ ਨੂੰ ਮਾਰ ਦਿੱਤਾ। 7? ਵਾਹ, ਕਮਾਲ ਹੈ, ਨਿੱਕੇ ਦਰਜੀ ਨੇ ਕਿਹਾ। ਫਿਰ ਉਸਨੇ ਆਪਣੇ ਲਈ ਚਮੜੇ ਦੀ ਇੱਕ ਬੈਲਟ ਬਣਾਈ ਜਿਸ ਤੇ ਲਿਖਿਆ, ਇੱਕੋ ਹੀ ਵਾਰ ਵਿੱਚ 7। ਇਸ ਤੋਂ ਬਾਅਦ ਉਸਨੇ ਆਪਣੀ ਨਵੀਂ ਬੈਲਟ ਪਾ ਲਈ
ਅਤੇ ਆਪਣੀ ਪ੍ਰਸ਼ੰਸਾ ਆਪ ਹੀ ਕਰਨ ਲੱਗਾ। ਉਸੇ ਵਕਤ ਦੋ ਬਿਰਧ ਔਰਤਾਂ ਜੋਸੀ ਤੇ ਐਨਾ ਨੇ ਟੈਡ ਨੂੰ ਆਪਣੀ ਸਫਲਤਾ ਬਾਰੇ ਆਪਣੇ ਆਪ ਨਾਲ ਗੱਲਾਂ ਕਰਦਿਆਂ ਸੁਣਿਆ। ਇੱਕੋ ਵਾਰ ਵਿੱਚ 7 ਰਾਜੇ ਦੇ ਵੱਡੇ ਵੱਡੇ ਸਿਪਾਹੀ ਵੀ ਮੇਰੇ ਵਰਗੇ ਬਹਾਦਰ ਨਹੀਂ ਹਨ। ਵਾਹ, ਮੈਂ ਵੀ ਇੰਨਾ ਹਿੰਮਤੀ ਸੀ ਕਿ 7 ਨੂੰ ਕੇਵਲ ਇੱਕੋ ਹੀ ਵਾਰ 'ਚ ਮੁਕਾ ਦਿੱਤਾ। ਮੈਂ ਇੱਥੇ ਪਿਆ ਪਿਆ ਕੀ ਕਰ ਰਿਹਾ? ਮੈਨੂੰ ਤੇ ਦੁਨੀਆ ਜਿੱਤਣ ਲਈ ਬਾਹਰ ਨਿਕਲਣਾ ਚਾਹੀਦਾ ਹੈ। ਆਪਣੇ ਕਰਤੱਵ ਬਾਰੇ ਸੋਚਦਿਆਂ ਟੈਡ ਨੇ ਆਪਣੇ ਆਪ ਨੂੰ ਪੁੱਛਿਆ, ਤੂੰ ਸੁਣਿਆ ਉਹ ਨੌਜਵਾਨ ਹੁਣੇ-ਹੁਣੇ ਕੀ ਕਹਿ ਰਿਹਾ ਸੀ? ਜੋਸੀ ਨੇ ਪੁੱਛਿਆ। ਉਸਨੇ ਇੱਕੋ ਹੀ ਵਾਰ 'ਚ 7 ਦੈਂਤ ਮਾਰ ਸੁੱਟੇ ਹਨ। ਹਾਂ, ਬਿਲਕੁਲ। ਰਾਜੇ ਨੂੰ ਤੁਰੰਤ ਹੀ ਇਸ ਬਹਾਦਰ ਲੜਕੇ ਬਾਰੇ ਖਬਰ ਕਰਨੀ ਚਾਹੀਦੀ ਹੈ, ਐਨਾ ਨੇ ਜਵਾਬ ਦਿੱਤਾ। ਇਹ ਸੁਣਦੇ ਸਾਰ ਹੀ ਕਿ ਇੱਕ ਨਿੱਕੇ ਜਿਹੇ ਦਰਜੀ ਨੇ ਇੱਕੋ ਹੀ ਵਾਰ 'ਚ 7 ਨੂੰ ਮਾਰਿਆ ਹੈ, ਰਾਜਾ ਪ੍ਰਸੰਨ ਵੀ ਸੀ ਤੇ ਹੈਰਾਨ ਵੀ। ਜਦੋਂ ਰਾਜੇ ਨੇ ਟੈਡ ਦੀ ਬੈਲਟ ਤੇ ਲਿਖੇ ਹੋਏ ਸ਼ਬਦ ਪੜ੍ਹੇ ਤਾਂ ਉਸਨੇ ਪੁੱਛਿਆ ਕਿ ਤੂੰ ਉਹੀ ਹੈ ਜਿਸਨੇ ਇੱਕੋ ਵਾਰ 'ਚ 7 ਦੈਂਤਾਂ ਨੂੰ ਮਾਰਿਆ ਹੈ? ਟੈਡ ਨੂੰ ਬੜੀ ਹੈਰਾਨੀ ਹੋਈ, ਲੇਕਿਨ ਉਹ ਰਾਜੇ ਦੇ ਸਾਹਮਣੇ ਆਪਣੇ ਆਪ ਨੂੰ ਮਹੱਤਵਪੂਰਨ ਦਿਖਾਣਾ ਚਾਹੁੰਦਾ ਸੀ। ਇਸ ਕਰਕੇ ਉਸਨੇ ਕਿਹਾ, ਜੀ ਮਹਾਰਾਜ। ਉਹ ਇਸ ਅਚਨਚੇਤ ਮਿਲੀ ਪ੍ਰਸ਼ੰਸਾ ਕਾਰਨ ਬੜਾ ਖੁਸ਼ ਸੀ। ਸੱਚਮੁੱਚ ਹੀ ਦੈਂਤਾਂ ਨੂੰ ਮਾਰਨ ਵਾਲਾ, ਬਸ ਇਸੇ ਦੀ ਹੀ ਤਾਂ ਮੈਨੂੰ ਲੋੜ ਸੀ, ਰਾਜੇ ਨੇ ਸੋਚਿਆ। ਰਾਜੇ ਨੇ ਉਸਨੂੰ ਪਹਾੜ ਉੱਤੇ ਉਸ ਵਿਸ਼ਾਲ ਕਿਲੇ ਅੰਦਰ ਜਾਣ ਲਈ ਕਿਹਾ ਜਿੱਥੇ ਉਹ ਸ਼ਕਤੀਸ਼ਾਲੀ ਦੈਂਤ ਰਹਿੰਦਾ ਸੀ। ਤੈਨੂੰ ਉਸ ਦੈਂਤ ਨੂੰ ਮਾਰਨਾ ਹੋਵੇਗਾ। ਉਹ ਸਾਡੇ ਖੇਤਾਂ 'ਚ ਫਸਲਾਂ ਲੁੱਟ ਲੈ ਜਾਂਦਾ ਹੈ। ਉਸ ਨੂੰ ਮਾਰ, ਮੈਂ ਇਨਾਮ ਵਜੋਂ ਤੈਨੂੰ ਆਪਣਾ ਅੱਧਾ ਰਾਜ ਦੇ ਦੇਵਾਂਗਾ। ਜਦ ਟੈਡ ਕਿਲੇ ਤੇ ਪਹੁੰਚਿਆ, ਉਸਨੇ ਦੇਖਿਆ ਦੈਂਤ ਉਸ ਵੇਲੇ ਰਾਤ ਦਾ ਭੋਜਨ ਕਰਨ ਹੀ ਵਾਲਾ ਸੀ। ਦੈਂਤ ਨੇ ਭੋਜਨ ਨੂੰ ਸਮਾਪਤ ਕੀਤਾ ਅਤੇ ਸੌਣ ਲਈ ਚਲਾ ਗਿਆ। ਟੈਡ ਹੌਲੀ ਦੇ ਕੇ ਛਿਪਣ ਵਾਲੇ ਥਾਂ ਤੇ ਬਾਹਰ ਨਿਕਲਿਆ। ਉਹ ਦੈਂਤ ਨੂੰ ਸਬਕ ਸਿਖਾਉਣ ਲਈ ਤਿਆਰ ਸੀ। ਉਸਨੇ ਸਭ ਤੋਂ ਮਜ਼ਬੂਤ ਧਾਗੇ ਨਾਲ ਦੈਂਤ ਦਾ ਮੂੰਹ ਸਿਉਂ ਦਿੱਤਾ। ਦੈਂਤ ਜਦੋਂ ਸਵੇਰੇ ਉੱਠਿਆ ਤੇ ਉਹ ਸਿੱਧਾ ਨਾਸ਼ਤਾ ਕਰਨ ਲਈ ਗਿਆ। ਟੈਡ ਨੇ ਮੇਜ਼ ਦੇ ਸਾਹਮਣੇ ਬੈਠੇ ਹੋਏ ਦੈਂਤ ਨੂੰ ਦੇਖਿਆ, ਜਿਹੜਾ ਕਿ ਨਾਸ਼ਤਾ ਚਬਾਉਣ ਲਈ ਤਿਆਰ ਬੈਠਾ ਸੀ। ਦੈਂਤ ਨੇ ਬੜੀ ਕੋਸ਼ਿਸ਼ ਕੀਤੀ, ਫਿਰ ਵੀ ਉਹ ਆਪਣਾ ਮੂੰਹ ਨਹੀਂ ਖੋਲ ਸਕਿਆ। ਟੈਡ ਨੂੰ ਛਿਪਣ ਵਾਲੀ ਥਾਂ ਤੋਂ ਨਿਕਲਦਿਆਂ ਦੇਖ ਭੁੱਖਾ ਦੈਂਤ ਹੈਰਾਨ ਰਹਿ ਗਿਆ। ਹਾਂ, ਨਿਸ਼ਚਿਤ ਤੌਰ ਤੇ ਮੈਂ ਸਾਰਿਆਂ ਤੋਂ ਬਹਾਦਰ ਹਾਂ। ਮੈਂ ਹੁਣੇ-ਹੁਣੇ ਇੱਕ ਸ਼ਕਤੀਸ਼ਾਲੀ ਦੈਂਤ ਨੂੰ ਫੜਿਆ ਹੈ, ਆਪਣੀ ਪ੍ਰਸ਼ੰਸਾ ਕਰਦਿਆਂ ਟੈਡ ਨੇ ਕਿਹਾ। ਟੈਡ ਨੇ ਦੈਂਤ ਨੂੰ ਚੇਤਾਵਨੀ ਦਿੱਤੀ ਕਿ ਹੁਣ ਜੇਕਰ ਉਸਨੇ ਗਰੀਬ ਕਿਸਾਨਾਂ ਨੂੰ ਪਰੇਸ਼ਾਨ ਕਰਨਾ ਬੰਦ ਨਹੀਂ ਕੀਤਾ ਤਾਂ ਉਹ ਨਿਸ਼ਚਿਤ ਤੌਰ ਤੇ ਉਹਨੂੰ ਮਾਰੇਗਾ। ਹੁਣ ਦੈਂਤ ਕੋਲ ਕੋਈ ਚਾਰਾ ਨਹੀਂ ਸੀ। ਖਾਣ ਅਤੇ ਪਾਣੀ ਦੇ ਬਿਨਾਂ ਉਹ ਮਰ ਜਾਂਦਾ। ਉਸਨੇ ਛੇਤੀ ਹੀ ਪ੍ਰਵਾਨਗੀ ਵਿੱਚ ਆਪਣਾ ਸਿਰ ਹਿਲਾਇਆ। ਛੇਤੀ ਹੀ ਸਾਰੇ ਰਾਜ ਵਿੱਚ ਖਬਰ ਫੈਲ ਗਈ ਕਿ ਕਿਵੇਂ ਇੱਕ ਨਿੱਕੇ ਜਿਹੇ ਦਰਜੀ ਨੇ ਆਪਣੀ ਹੋਸ਼ਿਆਰੀ ਨਾਲ ਦੈਂਤ ਨੂੰ ਪਾਲਤੂ ਬਣਾ ਲਿਆ। ਰਾਜੇ ਨੇ ਟੈਡ ਨੂੰ ਇਨਾਮ ਵਜੋਂ ਆਪਣਾ ਅੱਧਾ ਰਾਜ ਦੇ ਦਿੱਤਾ ਅਤੇ ਫਿਰ ਇਸ ਤੋਂ ਬਾਅਦ ਉਹ ਆਪਣਾ ਜੀਵਨ ਖੁਸ਼ੀ-ਖੁਸ਼ੀ ਬਤੀਤ ਕਰਨ ਲੱਗਾ। ਇੱਕ ਦੁਸ਼ਟ ਨਿੱਕੀ ਜਾਦੂਗਰਨੀ। ਇੱਕ ਵਾਰ ਦਾ ਜ਼ਿਕਰ ਹੈ ਕਿ ਹੇਜ਼ਲ ਨਾਂ ਦੀ ਇੱਕ ਨਿੱਕੀ ਜਿਹੀ ਸ਼ਰਾਰਤੀ ਕੁੜੀ ਸੀ। ਉਸਦੀ ਇੱਕ ਆਸ ਸੀ। ਉਹ ਕਹਿੰਦੀ, ਮੈਂ ਇੱਕ ਜਾਦੂਗਰਨੀ ਬਣਨਾ ਚਾਹੁੰਦੀ ਹਾਂ, ਇੱਕ ਦੁਸ਼ਟ ਨਿੱਕੀ ਜਾਦੂਗਰਨੀ। ਹੇਜ਼ਲ ਬਹੁਤ ਸਾਰੀ ਕਿਤਾਬਾਂ ਪੜ੍ਹ ਚੁੱਕੀ ਸੀ ਅਤੇ ਇਸ ਬਾਰੇ ਉਹ ਹੋਰ ਪੜ੍ਹਨਾ ਚਾਹੁੰਦੀ ਸੀ ਕਿ ਕਿਵੇਂ ਜਾਦੂਗਰਨੀ ਬਣਿਆ ਜਾ ਸਕਦਾ ਹੈ। ਜਦੋਂ ਮੈਂ ਜਾਦੂਗਰਨੀ ਬਣਨ ਬਾਰੇ ਸਿੱਖ ਜਾਵਾਂਗੀ ਤਾਂ ਜਾਦੂਈ ਜੰਤਰ ਤੰਤਰ ਕਰਾਂਗੀ, ਫਿਰ ਕਿੰਨਾ ਮਜ਼ਾ ਆਵੇਗਾ, ਨਿੱਕੀ ਜਿਹੀ ਕੁੜੀ ਨੇ ਸੋਚਿਆ। ਇੱਕ ਕਿਤਾਬ ਵਿੱਚ ਹੇਜ਼ਲ ਨੇ ਪੜ੍ਹਿਆ, ਹਰ ਜਾਦੂਗਰਨੀ ਕੋਲ ਉਸਦੀ ਆਪਣੀ ਇੱਕ ਖਾਸ ਪੋਸ਼ਾਕ ਹੁੰਦੀ ਹੈ। ਮੇਰੇ ਕੋਲ ਵੀ ਇਹ ਹੋਣੀ ਚਾਹੀਦੀ ਹੈ, ਉਸਨੇ ਮਨ ਹੀ ਮਨ ਸੋਚਿਆ। ਹੇਜ਼ਲ ਛੇਤੀ ਹੀ ਮਕਾਨ ਦੀ ਉੱਪਰਲੀ ਮੰਜ਼ਿਲ ਤੇ ਗਈ ਅਤੇ ਉਸਨੇ ਇੱਕ ਪੁਰਾਣਾ ਸੰਦੂਕ ਖੋਲ੍ਹਿਆ। ਉਸਨੂੰ ਇੱਕ ਲੰਮਾ ਕੋਟ ਅਤੇ ਨੁਕੀਲਾ ਟੋਪ ਮਿਲ ਗਿਆ। ਵਾਹ, ਹੁਣ ਤਾਂ ਮੇਰੇ ਕੋਲ ਜਾਦੂਗਰਨੀ ਦੀ ਇੱਕ ਬੜੀ ਚੰਗੀ ਪੋਸ਼ਾਕ ਹੈ, ਪਰ ਮੈਨੂੰ ਮਦਦ ਲਈ ਇੱਕ ਉੱਲੂ ਵੀ ਚਾਹੀਦਾ ਹੈ। ਇਸ ਵਾਸਤੇ ਹੇਜ਼ਲ ਜੰਗਲ 'ਚ ਗਈ। ਉੱਥੇ ਉਸਨੂੰ ਇੱਕ ਸਿਆਣਾ ਬੁੱਢਾ ਉੱਲੂ ਮਿਲਿਆ। ਉੱਲੂ ਖੁਸ਼ੀ ਨਾਲ ਹੇਜ਼ਲ ਨੂੰ ਉਸਦੇ ਸ਼ਰਾਰਤੀ ਇਰਾਦਿਆਂ ਵਿੱਚ ਸਹਾਇਤਾ ਦੇਣ ਲਈ ਰਾਜ਼ੀ ਹੋ ਗਿਆ। ਬਸ ਮੈਨੂੰ ਇੰਨੀਆਂ ਹੀ ਚੀਜ਼ਾਂ ਚਾਹੀਦੀਆਂ ਸਨ। ਹੁਣ ਜਾਦੂ ਚਲਾਉਣ ਦਾ ਸਮਾਂ ਆ ਗਿਆ ਹੈ।
ਮੈਨੂੰ ਦੂਜੇ ਬੱਚਿਆਂ ਤੇ ਅਨੋਖੀ ਚਾਲਾਂ ਚੱਲਣ ਵਿੱਚ ਬੜਾ ਮਜ਼ਾ ਆਵੇਗਾ। ਹੇਜ਼ਲ ਕੋਈ ਜਾਦੂਈ ਖੁਰਾਕ ਬਣਾਉਣ ਲੱਗੀ। ਉਸ ਨੂੰ ਘਰ ਵਿੱਚੋਂ ਜੋ ਕੁਝ ਵੀ ਅਜੀਬ ਤਰ੍ਹਾਂ ਦੇ ਮਿਸ਼ਰਣ ਮਿਲੇ ਉਹ ਉਹਨਾਂ ਨੂੰ ਪਤੀਲੇ 'ਚ ਪਾ ਕੇ ਬੜੀ ਦੇਰ ਤੱਕ ਕੋਟਦੀ ਰਹੀ। ਹੇਜ਼ਲ ਨੇ ਘਰ ਦੀ ਚਿਮਨੀ ਵਿੱਚੋਂ ਭਿਆਨਕ ਧੂੰਏ ਨੂੰ ਨਿਕਲਦਿਆਂ ਵੇਖ ਜੰਗਲ ਤੇ ਨਿੱਕੇ ਨਿੱਕੇ ਜਾਨਵਰ ਬਹੁਤ ਡਰ ਗਏ। ਉਸ ਅਜੀਬ ਜਿਹੇ ਮਕਾਨ 'ਚੋਂ ਲੱਗਦਾ ਹੈ ਕੁਝ ਭੈੜੀਆਂ ਚੀਜ਼ਾਂ ਪਕਾਈਆਂ ਜਾ ਰਹੀਆਂ ਹਨ। ਉਹਨਾਂ ਨੇ ਇੱਕ ਦੂਜੇ ਨੂੰ ਕਿਹਾ, ਲੇਕਿਨ ਹੇਜ਼ਲ ਰੁਕੀ ਨਹੀਂ। ਉਹ ਜਾਦੂਈ ਖੁਰਾਕ ਨੂੰ ਤਦੋਂ ਤੱਕ ਕੋਟਦੀ ਰਹੀ ਜਦੋਂ ਤੱਕ ਕਿ ਉਹ ਭਾਂਡੇ ਤੋਂ ਉਬਾਲਾ ਖਾ ਕੇ ਥੱਲੇ ਨਹੀਂ ਡਿੱਗਣ ਲੱਗ ਪਿਆ। ਓਹ, ਇਹ ਕੀ ਹੈ? ਇਹ ਚਾਰੇ ਪਾਸੇ ਕੀ ਹੋ ਰਿਹਾ ਹੈ? ਹੈਰਾਨ ਹੁੰਦਿਆਂ ਹੇਜ਼ਲ ਨੇ ਦੇਖਿਆ ਕਿ ਸਾਰੇ ਪਿਆਲੇ ਤੇ ਤਸ਼ਤਰੀਆਂ ਧੂੰਏ ਨਾਲ ਢੱਕੀਆਂ ਹੋਈਆਂ ਹਨ ਅਤੇ ਉਹ ਜਿਵੇਂ ਜੀਵਤ ਹੋ ਗਏ ਹਨ। ਜਾਦੂਈ ਧੂੰਏ ਨੂੰ ਆਪਣਾ ਜਾਲ ਫੈਲਾ ਲਿਆ ਸੀ। ਓਹ, ਮੈਂ ਇਹ ਕੀ ਕੀਤਾ? ਮੈਂ ਇੰਜ ਤਾਂ ਨਹੀਂ ਚਾਹੁੰਦੀ ਸੀ, ਹੇਜ਼ਲ ਨੇ ਕਿਹਾ। ਪਿਆਲੇ, ਪਲੇਟਾਂ, ਚਮਚੇ ਅਤੇ ਚਾਹਦਾਨੀਆਂ ਸਾਰੇ ਨਿੱਕੀ ਜਿਹੀ ਕੁੜੀ ਦੇ ਚਾਰੇ ਪਾਸੇ ਨੱਚ ਰਹੇ ਸਨ, ਕੁੱਦ ਰਹੇ ਸਨ। ਹੇਜ਼ਲ ਉਹਨਾਂ ਦੇ ਘੇਰੇ ਨੂੰ ਤੋੜ ਕੇ ਬਾਹਰ ਨਿਕਲਣਾ ਚਾਹੁੰਦੀ ਸੀ, ਪਰ ਉਹ ਸਾਰੇ ਉਸਦੇ ਚਾਰੇ ਪਾਸੇ ਗੋਲ-ਗੋਲ ਚੱਕਰ ਲਾ ਰਹੇ ਸਨ। ਇਹ ਸਭ ਇੰਨਾ ਡਰਾਉਣਾ ਸੀ ਕਿ ਉੱਲੂ ਅਤੇ ਚੂਹੇ ਵੀ ਭੈਭੀਤ ਹੋ ਗਏ ਅਤੇ ਉਹ ਲੁਕ ਜਾਣਾ ਚਾਹੁੰਦੇ ਸਨ। ਹੇਜ਼ਲ ਨੂੰ ਛੇਤੀ ਹੀ ਸਮਝ ਆ ਗਿਆ ਕਿ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਾ ਵੀ ਗਲਤ ਸੀ। ਹੁਣ ਤਾਂ ਉਹ ਜਾਦੂਈ ਚੱਕਰ ਨੂੰ ਭੰਨ ਕੇ ਫਿਰ ਤੋਂ ਸਾਰਾ ਕੁਝ ਠੀਕ-ਠਾਕ ਕਰਨਾ ਚਾਹੁੰਦੀ ਸੀ, ਪਰ ਹੁਣ ਬੜੀ ਦੇਰ ਹੋ ਚੁੱਕੀ ਸੀ। ਘੁੰਮਦੇ ਹੋਏ ਪਿਆਲੇ ਅਤੇ ਚਾਹਦਾਨੀਆਂ ਉਸ ਨੂੰ ਘੂਰ ਰਹੇ ਸਨ। ਮੈਂ ਇਹਨਾਂ ਨੂੰ ਕਿਵੇਂ ਰੋਕਾਂ? ਮੇਰੀ ਕਿਤਾਬ ਕਿੱਥੇ ਹੈ? ਹੇਜ਼ਲ ਨੂੰ ਉਹ ਸ਼ਬਦ ਯਾਦ ਹੀ ਨਹੀਂ ਆ ਰਹੇ ਸਨ ਜਿਨ੍ਹਾਂ ਨਾਲ ਜਾਦੂਈ ਚੱਕਰ ਤੋੜਿਆ ਜਾ ਸਕਦਾ ਸੀ। ਓਹ, ਰੋਕੋ ਇਸ ਨੂੰ, ਫੌਰਨ ਰੋਕੋ! ਹੇਜ਼ਲ ਕੁਰਸੀ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰਦੇ ਹੋਏ ਚੀਖੀ। ਚੰਗਾ, ਤਾਂ ਇਹ ਤੂੰ ਸੀ ਜੋ ਦੂਜਿਆਂ ਦੇ ਉੱਤੇ ਜਾਦੂਈ ਚੱਕਰ ਚਲਾਉਣਾ ਚਾਹੁੰਦੀ ਸੀ। ਦੇਖ, ਤੂੰ ਸਾਡਾ ਕੀ ਹਾਲ ਕੀਤਾ ਹੈ। ਅਸੀਂ ਤਾਂ ਬੜੀ ਖੁਸ਼ੀ ਨਾਲ ਅਲਮਾਰੀਆਂ 'ਚ ਪਏ ਹੋਏ ਸੀ, ਲੇਕਿਨ ਹੁਣ ਅਸੀਂ ਹਰ ਤਾਂ ਤੁਹਾਡੇ ਪਿੱਛੇ ਜਾਵਾਂਗੇ। ਹੇਜ਼ਲ ਡਰ ਗਈ ਅਤੇ ਛੇਤੀ ਨਾਲ ਘਰੋਂ ਬਾਹਰ ਦੌੜ ਪਈ। ਉਸਦੇ ਪਿੱਛੇ ਕੱਪ, ਤਸ਼ਤਰੀਆਂ, ਚਮਚੇ ਤੇ ਚਾਹਦਾਨੀਆਂ ਵੀ ਦੌੜੀਆਂ। ਜਿਵੇਂ ਹੀ ਉਹ ਸਾਰੇ ਖੁੱਲੀ ਥਾਂ ਤੇ ਆਏ, ਤੇਜ਼ ਹਵਾ ਧੂੰਏ ਨੂੰ ਉਡਾ ਕੇ ਲੈ ਗਈ ਅਤੇ ਛੇਤੀ ਹੀ ਸਾਰਾ ਜਾਦੂ ਖਤਮ ਹੋ ਗਿਆ। ਹੇਜ਼ਲ ਨੂੰ ਆਪਣੇ ਕੀਤੇ ਤੇ ਬਹੁਤ ਦੁੱਖ ਹੋਇਆ। ਆਖਿਰਕਾਰ ਜਾਦੂਈ ਚੱਕਰ ਨੇ ਉਸ ਨੂੰ ਇੱਕ ਇਹੋ ਜਿਹਾ ਸਬਕ ਸਿਖਾ ਹੀ ਦਿੱਤਾ। ਹੇਜ਼ਲ ਸਮਝ ਗਈ ਕਿ ਉਸ ਨੂੰ ਦੂਜਿਆਂ ਤੇ ਚਾਲਾਂ ਨਹੀਂ ਚੱਲਣੀਆਂ ਚਾਹੀਦੀਆਂ। ਦੁਸ਼ਟ ਜਾਦੂਗਰਨੀ ਦੀ ਥਾਂ ਇੱਕ ਚੰਗੀ ਮਿੱਤਰ ਹੋਣਾ ਕਿਤੇ ਜ਼ਿਆਦਾ ਚੰਗਾ ਹੈ, ਕਿਤੇ ਜ਼ਿਆਦਾ ਬਿਹਤਰ ਹੈ।